ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਨਾਰਾਇਣ ਨਰਪਤ ਨਮਸਕਾਰੈ ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹ ਤਾਰੈ। ਮੇਰ ਕਰੋ ਤ੍ਰਿਣ ਤੇ ਮੋਹ ਜਾਹੇ। ਗਰੀਬ ਨਿਵਾਜ ਨ ਦੂਸਰ ਤੋਸੋ। ਭੂਲ ਸ਼ਿਮੋ ਹਮਰੀ ਪ੍ਰਭ ਆਪ। ਨਾ ਭੂਲਣ ਹਾਰ ਕਹੂੰ ਕੋ ਮੋਸੋ। ਸੇਵ ਕਰੀ ਤੁਮਰੀ ਤਿਨ ਕੇ ਸਭ ਹੀ ਗ੍ਰਹਿ ਦੇਖੀਅਤ ਦਰਬ ਭਰੋਸੋ। ਜਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਭੁਜਾਨ ਕੋ ਭਾਰੀ ਭਰੋਸੋ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਮੂਕ ਊਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰੋ ਸੁਣੈ ਜਿਉ ਕਾਲ ਕਿਰਪਾ ਕਰਾਇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹ। ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾ ਸਰਬ ਸੁਖ ਪਾਵਹਿ ਮੇਰੇ ਮਨਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾ ਸਰਬ ਸੁਖ ਪਾਵਹਿ ਮੇਰੇ ਮਨਾ। ਜਪ ਮਨ ਸਤ ਨਾਮ ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ। ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਰਹਾਉ ਜਹ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੀ। ਵਡ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਜਪ ਹਰ ਭਵਜਲ ਤਰਨਾ, ਜਹ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੀ। ਵਡ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਜਪ ਹਰ ਭਵਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਪਰਮ ਸਨਮਾਨ ਅਤੇ ਸਤਿਕਾਰਯੋਗ ਗੁਰੂ ਰੂਪ ਗੁਰੂ ਸਰੂਪ ਖਾਲਸਾ ਸਾਧ ਸੰਗਤ ਜੀਓ। ਅੰਤਰਜਾਮੀ ਗਰੀਬ ਨਵਾਜ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਬੱਤਰ ਗੁਰਸਿੱਖ ਮਾਈ ਭਾਈ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲ ਬਣਾ ਰਹੇ ਹਾਂ। ਜਿਸ ਪ੍ਰਕਾਰ ਦਸ਼ਮੇਸ਼ ਪਿਤਾ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਪਰਮ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਦਾਸਰੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ। ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਹੋਈ ਹੈ। ਸਤਿਗੁਰਾਂ ਦੀ ਪਾਵਨ ਬਾਣੀ ਦੇ ਗ੍ਰੰਥੀ ਸਿੰਘਾਂ ਨੇ ਜਾਪ ਕੀਤੇ ਹਨ, ਜਾਪੀਏ ਸਿੰਘਾਂ ਨੇ ਜਾਪ ਕੀਤੇ ਹਨ, ਸੰਪੂਰਨ ਭੋਗ ਪਾਏ ਗਏ ਹਨ। ਉਸ ਤੋਂ ਉਪਰੰਤ ਗੁਰਮਤਿ ਕਥਾ ਵਿਚਾਰਾਂ ਆਪ ਸੰਗਤ ਦੇ ਨਾਲ ਸਾਂਝੀਆਂ ਕਰਨ ਦੇ ਲਈ
ਕੁਝ ਸਮਾਂ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਦੇ ਹਨ। ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦਿਆਂ ਹੋਇਆਂ ਸਤਿਗੁਰਾਂ ਦੇ ਪਾਵਨ ਪਵਿੱਤਰ ਉਪਦੇਸ਼ਾਂ ਨੂੰ ਚੇਤੇ ਕਰਦਿਆਂ ਹੋਇਆਂ ਸਤਿਗੁਰਾਂ ਦੇ ਮਹਾਨ ਪਰਉਪਕਾਰਾਂ ਨੂੰ ਯਾਦ ਕਰਦਿਆਂ ਹੋਇਆਂ ਸਤਿਗੁਰਾਂ ਨੇ ਜੋ ਜੋ ਬਖਸ਼ਿਸ਼ਾਂ ਸਾਡੇ 'ਤੇ ਕੀਤੀਆਂ ਉਹਨਾਂ ਨੂੰ ਚੇਤੇ ਕਰਦਿਆਂ ਹੋਇਆਂ ਗੁਰੂ ਭਗਤੀ ਦੇ ਅੰਦਰ ਲੀਨ ਹੋਣ ਦੇ ਯਤਨ ਉਪਰਾਲੇ ਆਪਾਂ ਕਰ ਰਹੇ ਹਾਂ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਪੁਰਬ 1723 ਬਿਕਰਮੀ ਪੋਹ ਸੁਦੀ 7ਵੀਂ ਨੂੰ ਸਤਿਕਾਰਯੋਗ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਤੇ ਮਾਤਾ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੀ ਕੁੱਖੋਂ ਪੰਜਾਬ ਤੋਂ ਦੂਰ ਪਟਨਾ ਸਾਹਿਬ ਦੀ ਧਰਤੀ ਬਿਹਾਰ ਦੇ ਅੰਦਰ ਸਤਿਗੁਰਾਂ ਨੇ ਅਵਤਾਰ ਧਾਰਨ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੇ ਹਨ ਜਿਨ੍ਹਾਂ ਦਾ ਅਵਤਾਰ ਪੰਜਾਬ ਦੀ ਧਰਤੀ ਤੋਂ ਬਾਹਰ ਹੋਇਆ। 9 ਸਤਿਗੁਰਾਂ ਦਾ ਅਵਤਾਰ ਪੰਜਾਬ ਦੇ ਅੰਦਰ ਹੋਇਆ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਰਾਏ ਭੋਏ ਦੀ ਤਲਵੰਡੀ ਪੰਜਾਬ। ਇਸੇ ਪ੍ਰਕਾਰ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਉਹ ਵੀ ਪੰਜਾਬ ਦੇ ਅੰਦਰ। ਫਿਰ ਤੀਸਰੇ ਪਾਤਸ਼ਾਹ ਜੀ, ਚੌਥੇ ਪਾਤਸ਼ਾਹ ਜੀ। ਇਸੇ ਪ੍ਰਕਾਰ 10ਵੇਂ ਪਾਤਸ਼ਾਹ ਦਾ ਅਵਤਾਰ ਜਿਹੜਾ ਹੈ ਉਹ ਬਿਹਾਰ ਦੇ ਅੰਦਰ ਹੋਇਆ। ਉਹਦਾ ਕਾਰਨ ਕੀ ਹੈ ਕਿ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਗਤ ਨੂੰ ਤਾਰਦੇ ਹੋਏ ਇਸ ਪਟਨਾ ਸ਼ਹਿਰ ਦੇ ਅੰਦਰ ਪਹੁੰਚੇ ਸਨ, ਉਸ ਸਮੇਂ ਇੱਥੇ ਇੱਕ ਸਾਲ ਸਰਾਏ ਜੌਹਰੀ ਕਰਕੇ ਰਹਿੰਦਾ ਸੀ, ਜਿਹੜਾ ਹੀਰਿਆਂ ਦਾ ਮੋਤੀਆਂ ਦਾ ਵਪਾਰ ਕਰਦਾ ਸੀ। ਤਾਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਇੱਕ ਕੀਮਤੀ ਲਾਲ ਦਿੱਤਾ ਕਿ ਜਾ ਇਸ ਨੂੰ ਸ਼ਹਿਰ ਦੇ ਅੰਦਰ ਵੇਚ ਕੇ ਤੇ ਇਹਦੀ ਕੀਮਤ ਲੈ ਕੇ ਆ। ਭਾਈ ਮਰਦਾਨਾ ਸ਼ਹਿਰ ਦੇ ਅੰਦਰ ਚਲਿਆ ਜਾਂਦਾ ਹੈ। ਜਿਹੜਾ ਲਾਲ ਹੈ ਕੀਮਤੀ ਦਿਖਾਉਂਦਾ ਦੁਕਾਨਾਂ ਤੇ ਹੱਟੀਆਂ ਤੇ, ਪਰ ਕਿਸੇ ਨੂੰ ਉਹਦੀ ਕਦਰ ਨਹੀਂ, ਉਹਦੀ ਕੀਮਤ ਨਹੀਂ ਪਤਾ। ਅਖੀਰੀ ਫਿਰ ਇਹ ਸਾਲ ਸਰਾਏ ਜੌਹਰੀ ਦੀ ਹਵੇਲੀ ਦੇ ਵਿੱਚ ਪਹੁੰਚਿਆ। ਜਦੋਂ ਇਸ ਨੇ ਲਾਲ ਨੂੰ ਵੇਖਿਆ ਤੇ ਇਸ ਨੇ ਮੱਥਾ ਟੇਕਿਆ 100 ਰੁਪਈਆ ਰੱਖ ਕੇ, ਤੇ ਨਾਲ ਇਹ ਬਚਨ ਕੀਤੇ ਕਿ ਮੈਂ ਇਹਦੀ ਕੀਮਤ ਦੇ ਨਹੀਂ ਸਕਦਾ, ਇਹ ਬੜਾ ਕੀਮਤੀ ਅਮੋਲਕ ਲਾਲ ਹੈ। ਜਿਵੇਂ ਹੀਰਿਆਂ ਦੀਆਂ ਕਿਸਮਾਂ ਹੁੰਦੀਆਂ, ਲਾਲ, ਪੰਨਾ, ਮੂੰਗਾ, ਪੁਖਰਾਜ, ਨੀਲਮ, ਇਹ ਹੀਰਿਆਂ ਦੀਆਂ ਕਿਸਮਾਂ ਹਨ। ਉਸ ਸਮੇਂ ਇਸ ਨੇ ਆਖਿਆ ਕਿ ਇਹ ਕਿੱਥੋਂ ਤੂੰ ਲੈ ਕੇ ਆਇਆ? ਫਿਰ ਸਾਰੀ ਵਾਰਤਾ ਦੱਸੀ। ਫਿਰ ਇਹ ਸਾਲ ਸਰਾਏ ਜੌਹਰੀ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ ਸੀ। ਤਾਂ ਉਸ ਸਮੇਂ ਸਤਿਗੁਰਾਂ ਨੇ ਇਹਨੂੰ ਉਪਦੇਸ਼ ਬਖਸ਼ਿਸ਼ ਕੀਤਾ ਸੀ ਕਿ ਤੂੰ ਇਹ ਦੁਨਿਆਵੀ ਹੀਰਿਆਂ ਨੂੰ ਹੀ ਪਰਖਦਾ ਰਿਹਾ, ਦੁਨਿਆਵੀ ਲਾਲਾਂ ਨੂੰ ਪਰਖਣ ਦੇ ਵਿੱਚ ਤੂੰ ਬੜਾ ਮਾਹਰ ਹੈ, ਪਰ ਜਿਹੜਾ ਅਸਲੀ ਹੀਰਾ ਹੈ ਉਹਦੀ ਵੀ ਕਦੇ ਪਛਾਣ ਕੀਤੀ ਹੈ? ਉਸ ਲਾਲ ਨੂੰ ਵੀ ਕਦੇ ਸਮਝਣ ਦੀ ਤੂੰ ਕੋਸ਼ਿਸ਼ ਕੀਤੀ ਹੈ ਕਿ ਉਹ ਕੀ ਚੀਜ਼ ਹੈ? ਤਾਂ ਉਸ ਸਮੇਂ ਇਸ ਨੇ ਬਚਨ ਕੀਤੇ ਕਿ ਮਹਾਰਾਜ ਨਹੀਂ, ਅਸੀਂ ਤੇ ਇਹ ਦੁਨਿਆਵੀ ਹੀਰਿਆਂ ਨੂੰ ਹੀ ਪਰਖਣ ਵਾਲੇ ਹਾਂ।
ਤਾਂ ਉਸ ਸਮੇਂ ਸਤਿਗੁਰਾਂ ਨੇ ਬਚਨ ਕੀਤੇ ਕਿ ਜਿਹੜਾ ਤੈਨੂੰ ਇਹ ਮਨੁੱਖਾ ਸਰੀਰ ਮਿਲਿਆ ਹੋਇਆ ਨਾ, ਇਹ ਬੜਾ ਕੀਮਤੀ ਹੀਰਾ ਹੈ। ਜਿਵੇਂ ਸਤਿਗੁਰੂ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕਰਦੇ ਹਨ, ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਸਤਿਗੁਰੂ ਜੀ ਕਹਿਣ ਲੱਗੇ ਕਿ ਤੇਰਾ ਜਨਮ ਜਿਹੜਾ ਉਹ ਤੇ ਹੀਰੇ ਵਰਗਾ ਹੈ। ਮਨੁੱਖ ਦਾ ਜਨਮ ਹੀ ਹੀਰਾ ਹੈ। ਇਹ ਕੀਮਤੀ ਦਾਤ ਕਿਤੋਂ ਲੱਭਦੀ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਇਹ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਜਿਹੜੀ ਅਸਲੀ ਵਸਤੂ ਦੀ ਪਛਾਣ ਕਰਨੀ ਸੀ, ਪਰਮੇਸ਼ਰ ਦੀ, ਪਰਮਾਤਮਾ ਦੀ, ਆਪਣੀ ਆਤਮਾ ਦੀ, ਉਹ ਤੂੰ ਨਹੀਂ ਕੀਤੀ। ਇਸ ਪ੍ਰਕਾਰ ਫਿਰ ਜਦੋਂ ਸਤਿਗੁਰਾਂ ਨੇ ਇਹਨੂੰ ਨਾਮ ਦਾ, ਬਾਣੀ ਦਾ ਉਪਦੇਸ਼ ਬਖਸ਼ਿਸ਼ ਕੀਤਾ, ਫਿਰ ਇਸ ਨੇ ਆਖਿਆ ਜੀ ਤੁਸੀਂ ਮੇਰੀ ਹਵੇਲੀ ਦੇ ਅੰਦਰ ਕੁਝ ਸਮਾਂ ਰਹੋ। ਤਾਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ ਕਿ ਹੁਣ ਨਹੀਂ, ਸਮਾਂ ਹੁਣ ਬਹੁਤ ਥੋੜ੍ਹਾ ਹੈ। 10ਵੇਂ ਜਾਮੇ ਦੇ ਅੰਦਰ ਤੇਰੀ ਹਵੇਲੀ ਦੇ ਅੰਦਰ ਹੀ ਸਾਡਾ ਜਿਹੜਾ ਪ੍ਰਕਾਸ਼ ਉਹ ਹੋਏਗਾ, 10ਵੇਂ ਸਰੂਪ ਦੇ ਅੰਦਰ। ਉਹ ਬਚਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਨੂੰ ਕੀਤੇ ਸਨ। ਫਿਰ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਮਾਂ ਆਉਂਦਾ ਹੈ, ਤਾਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਤੀਰਥ ਯਾਤਰਾ ਦਾ ਬਹਾਨਾ ਬਣਾ ਕੇ ਸੰਗਤਾਂ ਦੇ ਉਧਾਰ ਵਾਸਤੇ ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਧਰਨ ਅਰਥਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਿਵਾਰ ਸਮੇਤ ਤੀਰਥ ਯਾਤਰਾ ਦੇ ਵਾਸਤੇ ਸਤਿਗੁਰੂ ਜੀ ਚੱਲੇ। ਜਦੋਂ ਇਹ ਮਾਲਵੇ ਦੀ ਧਰਤੀ ਤੋਂ ਲੰਘਦੇ ਹੋਏ ਫਿਰ ਇਸ ਪਟਨਾ ਸ਼ਹਿਰ ਦੇ ਅੰਦਰ ਪਹੁੰਚੇ ਸਨ, ਤੇ ਉਹੀ ਸਾਲਸਰਾਏ ਜੌਹਰੀ ਦੀ ਹਵੇਲੀ ਦੇ ਅੰਦਰ ਹੀ ਸਤਿਗੁਰਾਂ ਨੇ ਜਾ ਕੇ ਸਾਰੇ ਪਰਿਵਾਰ ਨੇ ਉਤਾਰਾ ਕੀਤਾ। ਉੱਥੇ ਹੀ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 1723 ਬਿਕਰਮੀ ਨੂੰ ਪੋਹ ਸੁਦੀ 7ਵੇਂ ਨੂੰ, ਜੋ ਅੱਗੇ 20 ਜਨਵਰੀ ਨੂੰ ਆ ਰਹੀ ਹੈ, ਉਸ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਅਵਤਾਰ ਧਾਰਨ ਕੀਤਾ। ਦੁਨੀਆ ਦੇ ਅੰਦਰ ਬੜੇ ਅਵਤਾਰੀ ਪੁਰਸ਼ ਹੋਏ ਹਨ। ਸਤਿਯੁਗ ਤੋਂ ਲੈ ਕੇ ਦੁਆਪਰ ਤ੍ਰੇਤੇ ਦੇ ਅੰਦਰ ਬੜੇ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੇ ਇਹ ਸੰਸਾਰ ਦੇ ਅੰਦਰ ਭੇਜੇ। ਜਿੱਦਾਂ ਜਿੱਦਾਂ ਦੇ ਹਾਲਾਤ ਸੀ ਉਹਨਾਂ ਨੇ ਸਮਾਜ ਨੂੰ, ਲੋਕਾਂ ਨੂੰ ਸਹੀ ਦਿਸ਼ਾ ਧਰਮ ਦੀ ਵਿਖਾਈ। ਪਰ ਕਲਯੁਗ ਦੇ ਸਮੇਂ ਦੇ ਅੰਦਰ ਐਸਾ ਬੋਲਬਾਲਾ ਸੀ, ਐਸਾ ਜ਼ੁਲਮ ਵੱਧ ਚੁੱਕਿਆ ਸੀ, ਐਸੀ ਜ਼ੁਲਮ ਦੀ ਹਨੇਰੀ ਚੱਲ ਰਹੀ ਸੀ ਕਿ ਇਸ ਨੂੰ ਠੱਲਣ ਵਾਲਾ ਕੋਈ ਨਹੀਂ ਸੀ। ਇਸ ਪ੍ਰਕਾਰ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਵਿਲੱਖਣਤਾ ਸੰਸਾਰ ਦੇ ਅੰਦਰ ਸਾਹਮਣੇ ਲੈ ਕੇ ਆਂਦੀ ਕਿ ਸਤਿਗੁਰਾਂ ਨੇ ਆਪਣੀ ਕਲਮ ਦੁਆਰਾ ਆਪਣੇ ਜਨਮ ਦੀ ਕਥਾ ਨੂੰ ਆਪ ਲਿਖਿਆ। ਇਹ ਕਿਸੇ ਦੇ ਹਿੱਸੇ ਨਹੀਂ ਆਇਆ। ਚਾਹੇ ਭਗਵਾਨ ਰਾਮਚੰਦਰ ਜੀ ਦਾ ਜਨਮ ਹੈ, ਉਹ ਵੀ ਬਾਅਦ ਦੇ ਅੰਦਰ ਲਿਖਿਆ ਗਿਆ ਉਹਨਾਂ ਦੇ ਪੈਰੋਕਾਰਾਂ ਵੱਲੋਂ। ਇਸੇ ਪ੍ਰਕਾਰ ਭਗਵਾਨ ਕ੍ਰਿਸ਼ਨ ਜੀ ਦਾ ਜਨਮ ਹੈ, ਉਹ ਵੀ ਬਾਅਦ ਦੇ ਅੰਦਰ ਲਿਖਿਆ ਗਿਆ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸੰਸਾਰ 'ਤੇ ਆਉਣ ਦਾ ਕਾਰਨ ਵੀ ਦੱਸਿਆ। ਕਿਹੜੇ ਕਿਹੜੇ ਕੰਮ ਇਸ ਸੰਸਾਰ ਦੇ ਅੰਦਰ ਆ ਕੇ ਅਸੀਂ ਕਰਨੇ ਆ ਉਹ ਵੀ ਦੱਸੇ। ਅਕਾਲ ਪੁਰਖ ਪਰਮੇਸ਼ਰ ਨੇ ਸਾਡਾ ਕੀ ਹੁਕਮ ਲਾਇਆ, ਕੀ ਡਿਊਟੀ ਲਾਈ, ਉਹ ਵੀ ਦੱਸੀ। ਅਤੇ ਕਿਵੇਂ ਅਸੀਂ ਅਕਾਲ ਪੁਰਖ ਦੇ ਸਨਮੁਖ ਹੋਏ, ਕਿਵੇਂ ਅਕਾਲ ਪੁਰਖ ਦੇ ਪਾਸ ਅਸੀਂ ਪਹੁੰਚੇ, ਉਹ ਵੀ ਸਤਿਗੁਰਾਂ ਨੇ ਦੱਸਿਆ।
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਪੜ੍ਹਦੇ ਹਾਂ, ਉਸ ਦੇ ਅੰਦਰ ਬਚਿੱਤਰ ਨਾਟਕ ਬਾਣੀ ਦੇ ਅੰਦਰ, ਜਿਸ ਦੇ ਅੰਦਰ ਸਤਿਗੁਰਾਂ ਨੇ ਆਪਣੇ ਜਨਮ ਦੀ ਕਥਾ ਆਪ ਲਿਖੀ ਹੈ, ਉਸ ਬਾਣੀ ਦੇ ਅੰਦਰ ਸਤਿਗੁਰਾਂ ਨੇ ਸਿਰਲੇਖ ਲਿਖਿਆ, ਅਥ ਕਬ ਜਨਮ ਕਥਨੰ। ਕਬ ਦਾ ਅਰਥ ਹੁੰਦਾ ਕਵੀ। ਕਵੀ ਤੋਂ ਭਾਵ ਕਵੀਆਂ ਦੇ ਕਵੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਇਸ ਲਿਖਤ ਨੂੰ ਲਿਖ ਰਹੇ ਆ। ਤਾਂ ਸਤਿਗੁਰੂ ਜੀ ਕਹਿੰਦੇ, ਜਿਸ ਸਮੇਂ ਅਸੀਂ ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਿਹ ਵਿਦ ਮੋਹ ਆਨੋ, ਹੇਮ ਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ, ਤਹਾਂ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ, ਇਹ ਵਿਦ ਕਰਤ ਤਪੱਸਿਆ ਭਇਓ, ਦ્વੈਤੇ ਏਕ ਰੂਪ ਹੋਏ ਗਇਓ, ਚਿਤ ਨਾ ਭਇਓ ਹਮਰੋ ਆਵਣ ਕਹੈ, ਚੁਭੀ ਰਹੀ ਸਰੁੱਤ ਪ੍ਰਭ ਚਰਨਨ ਮੈਂ। ਸਤਿਗੁਰੂ ਜੀ ਕਹਿੰਦੇ, ਹੇਮਕੁੰਟ ਪਰਬਤ ਦੇ ਉੱਤੇ ਅਸੀਂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਅਰਾਧਨਾ ਕੀਤੀ ਹੈ, ਭਗਤੀ ਕੀਤੀ ਹੈ। ਉਸ ਜਗ੍ਹਾ ਦੇ ਉੱਤੇ ਅਸੀਂ ਮਹਾਨ ਤਪ ਕੀਤਾ, ਇੰਨਾ ਤਪ ਕੀਤਾ ਹੈ ਵੀ ਕਰਤ ਤਪੱਸਿਆ ਇਹ ਵਿਦ ਭਇਓ, ਦ્વੈਤੇ ਏਕ ਰੂਪ ਹੋਏ ਗਇਓ, ਕਿ ਅਸੀਂ ਦੋ ਤੋਂ ਇੱਕ ਰੂਪ ਹੋ ਗਏ, ਭਾਵ ਕਿ ਇੱਕ ਆਤਮਾ ਹੈ, ਇੱਕ ਪਰਮਾਤਮਾ ਹੈ। ਆਤਮਾ ਤੇ ਪਰਮਾਤਮਾ ਦੀ ਜਦੋਂ ਏਕਤਾ ਹੋ ਜਾਂਦੀ ਹੈ, ਫਿਰ ਇੱਕ ਰੂਪ ਬਣ ਜਾਂਦਾ। ਜਿਸ ਪ੍ਰਕਾਰ ਪਾਣੀ ਜਿਹੜਾ ਹੈ, ਪਾਣੀ ਆਪਾਂ ਵੇਖਦੇ ਹਾਂ, ਇੱਕ ਘੜੇ ਦਾ ਪਾਣੀ ਹੈ, ਇੱਕ ਦਰਿਆ ਦਾ ਪਾਣੀ ਹੈ। ਪਰ ਜਦੋਂ ਘੜੇ ਦਾ ਪਾਣੀ ਦਰਿਆ ਦੇ ਅੰਦਰ ਮਿਲਾ ਦਈਏ, ਫਿਰ ਉਹ ਘੜੇ ਦਾ ਨਹੀਂ ਰਹਿੰਦਾ, ਦਰਿਆ ਦਾ ਹੀ ਰੂਪ ਬਣ ਜਾਂਦਾ। ਇਸੇ ਪ੍ਰਕਾਰ ਹੀ ਆਤਮਾ ਤੇ ਪਰਮਾਤਮਾ ਦੀ ਜਦੋਂ ਏਕਤਾ ਹੁੰਦੀ ਹੈ, ਸੁਮੇਲ ਹੁੰਦਾ ਹੈ, ਜੋਤੀ ਜੋਤ ਰਲੀ ਇੱਕ ਰੂਪ ਬਣ ਜਾਂਦੇ ਹੈ, ਤਾਂ ਉਸ ਸਮੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਅਸੀਂ ਪਰਮੇਸ਼ਰ ਦੇ ਵਿੱਚ ਅਭੇਦ ਹੋ ਗਏ, ਇੱਕਮਿਕ ਹੋ ਗਏ, ਤੇ ਸਾਡਾ ਚੇਤੇ ਸੰਸਾਰ ਦੇ ਵਿੱਚ ਆਉਣ ਨੂੰ ਨਹੀਂ ਸੀ ਕਰਦਾ, ਕਿਉਂਕਿ ਸਾਡੀ ਸੁਰਤੀ ਉਸ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਲੀਨ ਸੀ। ਤਾਂ ਉਸ ਸਮੇਂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੇ ਸਾਨੂੰ ਜੋ ਜੋ ਬਚਨ ਕੀਤੇ, ਸਤਿਗੁਰਾਂ ਨੇ ਬਚਨ ਲਿਖੇ ਹਨ। ਅਕਾਲ ਪੁਰਖ ਬਾਚ, ਬਾਚ ਦਾ ਮਤਲਬ ਹੁੰਦਾ ਕਥਨ ਕਰਨਾ, ਕਹਿਣਾ ਕੁਝ, ਕਿ ਸਾਨੂੰ ਅਕਾਲ ਪੁਰਖ ਨੇ ਜੋ ਜੋ ਬਚਨ ਕਹੇ ਹਨ, ਉਹ ਅਸੀਂ ਸਿੱਖ ਸੰਗਤਾਂ ਦੇ ਤਾਈਂ, ਖਾਲਸੇ ਪੰਥ ਦੇ ਤਾਈਂ ਸੁਣਾਉਣੇ ਆ। ਤਾਂ ਸਤਿਗੁਰੂ ਜੀ ਕਹਿੰਦੇ, ਪਰਮੇਸ਼ਰ ਨੇ ਸਾਨੂੰ ਬਚਨ ਕੀਤਾ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਬੇ ਕਹੋ ਸਾਜਾ, ਜਹਾਂ ਕਹਾਂ ਤੁਮ ਧਰਮ ਵਿਥਾਰੋ, ਕਬੁੱਧ ਕਰਨ ਤੇ ਲੋਕ ਹਟਾਵੋ। ਸਤਿਗੁਰੂ ਜੀ ਕਹਿਣ ਲੱਗੇ, ਸਾਨੂੰ ਅਕਾਲ ਪੁਰਖ ਪਰਮੇਸ਼ਰ ਨੇ ਆਖਿਆ ਕਿ ਤੁਹਾਨੂੰ ਅਸੀਂ ਆਪਣਾ ਪੁੱਤਰ ਬਣਾ ਕੇ ਭੇਜ ਰਹੇ ਹਾਂ। ਮੈਂ ਆਪਣਾ ਸੁਤ, ਸੁਤ ਦਾ ਅਰਥ ਹੁੰਦਾ ਪੁੱਤਰ, ਤੋਹੇ ਨਵਾਜਾ, ਤੈਨੂੰ ਅਸੀਂ ਆਪਣਾ ਪੁੱਤਰ ਬਣਾ ਕੇ ਨਵਾਜਦੇ ਹਾਂ। ਪੰਥ ਪ੍ਰਚੁਰ ਕਰਬੇ ਕਹੋ ਸਾਜਾ, ਸੰਸਾਰ ਦੇ ਅੰਦਰ ਜਿਹੜਾ ਸੱਚਾ ਤੇ ਸੁੱਚਾ ਧਰਮ ਹੈ, ਪੰਥ ਹੈ, ਉਹਨੂੰ ਪ੍ਰਗਟ ਕਰਨ ਵਾਸਤੇ ਤੁਹਾਨੂੰ ਅਸੀਂ ਸਾਜਿਆ ਹੈ। ਜਹਾਂ ਤਹਾਂ ਤੁਮ ਧਰਮ ਵਿਥਾਰ ਹੋ, ਜਿੱਧਰ ਕਿੱਧਰ ਤੁਸੀਂ ਧਰਮ ਦੀ ਮਰਿਆਦਾ ਨੂੰ ਕਾਇਮ ਕਰਨਾ ਹੈ। ਕਬੁੱਧ ਕਰਨ ਤੇ ਲੋਕ ਹਟਾਵੋ, ਜਿਹੜੇ ਕੋਈ ਲੋਕ ਸੰਸਾਰ ਦੇ ਅੰਦਰ ਜ਼ੁਲਮ ਕਰਦੇ ਹੈ, ਸੰਸਾਰੀ ਜੀਵਾਂ ਦੇ ਉੱਤੇ, ਗਊ ਗਰੀਬ ਦੇ ਉੱਤੇ ਜ਼ੁਲਮ ਢਾਉਂਦੇ ਆ, ਉਹਨਾਂ ਦਾ ਤੁਸੀਂ ਨਾਸ਼ ਕਰਨਾ ਹੈ। ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਅੱਗੇ ਚੱਲ ਕੇ ਬਚਨ ਲਿਖੇ ਕਿ ਜਾਹੀ ਕਾਜ ਧਰਾ ਹਮ ਜਨਮੰ, ਸਮਝ ਲਿਹੋ ਸਾਧੂ ਸਭ ਮਨਮੰ, ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਹੈ, ਖਾਲਸਾ ਪੰਥ ਜੀ, ਸਾਧ ਸੰਗਤ ਜੀ ਸੁਣੋ, ਅਸੀਂ ਆਪਣਾ ਜਿਹੜਾ ਜਨਮ ਹੈ ਉਹ ਇਸ ਕਾਰਨ ਕਰਕੇ ਧਾਰਨ ਕੀਤਾ ਹੈ ਕਿ ਆਪਣੇ ਮਨ ਦੇ ਵਿੱਚ ਤੁਸੀਂ ਸਾਰੇ ਇਸ ਗੱਲ ਨੂੰ ਸਮਝ ਲਓ ਕਿ ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਕਿ ਜਿਹੜੇ ਦੁਸ਼ਟ ਜਰਵਾਣੇ ਹਨ, ਜ਼ੁਲਮੀ ਰਾਜ ਹੈ, ਇਸ ਨੂੰ ਮੁੱਢ ਤੋਂ, ਮੂਲ ਦਾ ਅਰਥ ਹੁੰਦਾ ਮੁੱਢ, ਜੜ ਤੋਂ ਪੁੱਟਣਾ ਹੈ। ਤੇ ਇਸ ਕਰਕੇ ਅਸੀਂ ਇਹ ਸੰਸਾਰ ਦੇ ਅੰਦਰ ਅਵਤਾਰ ਧਾਰਨ ਕੀਤਾ ਹੈ। ਜਦੋਂ ਸਤਿਗੁਰਾਂ ਨੇ ਇੰਨਾ ਕੁਝ ਦੱਸ ਦਿੱਤਾ ਆਪਣੀ ਬਾਣੀ ਦੇ ਅੰਦਰ, ਅੱਗੇ ਫਿਰ ਸਤਿਗੁਰੂ ਜੀ ਅਸਥਾਨ ਦੱਸਦੇ ਹੈ, ਜਗ੍ਹਾ ਦੱਸਦੇ ਹੈ ਕਿ ਕਿੱਥੇ ਅਸੀਂ ਅਵਤਾਰ ਧਾਰਨ ਕੀਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਹਨ, ਮੁਰ ਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਿਰਬੇਣੀ ਭਏ, ਪੁੰਨ ਦਾਨ ਦਿਨ ਕਰਤ ਬਿਤਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਬਿਖੈ ਭਵ ਲਇਓ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਈ ਭੁਲੇਖਾ, ਕੋਈ ਵਹਿਮ, ਕੋਈ ਭਰਮ ਰਹਿਣ ਨਹੀਂ ਦਿੱਤਾ ਕਿ ਮਤਾਂ ਕੋਈ ਖਾਲਸੇ ਪੰਥ ਦੇ ਅੰਦਰ, ਸਿੱਖ ਸੰਗਤ ਦੇ ਅੰਦਰ ਕੋਈ ਲਿਖਾਰੀ, ਕੋਈ ਕਵੀ ਆਪਣੀ ਕਲਪਨਾ ਦੇ ਨਾਲ ਸਾਡੇ ਜਨਮ ਨੂੰ ਹੋਰ ਰੂਪ ਦੇ ਅੰਦਰ ਪੇਸ਼ ਕਰ ਦੇਵੇ, ਕੋਈ ਹੋਰ ਰੂਪ ਦੇ ਕੇ ਕਿ ਫਲਾਣੇ ਦੇ ਅਵਤਾਰ ਸਨ, ਫਲਾਣੇ ਦੇਵਤੇ ਦੇਵੀ ਦੇ ਅਵਤਾਰ ਸਨ। ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਖਾਲਸਾ ਪੰਥ ਨੂੰ ਕੋਈ ਪਾ ਨਾ ਦੇਵੇ। ਇਸੇ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਕਲਮ ਦੁਆਰਾ ਆਪ ਇਹ ਮੋਹਰ ਲਾ ਦਿੱਤੀ ਹੈ ਕਿ ਜਦੋਂ ਸਾਡੇ ਪਿਤਾ ਮੁਰ ਪਿਤ, ਭਾਵ ਕਿ ਸਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕੀਸ ਪਿਆਨਾ, ਪੂਰਬ ਦੀ ਧਰਤੀ ਵੱਲ, ਚੜ੍ਹਦੇ ਵਾਲੇ ਪਾਸੇ ਜਦੋਂ ਸਾਡੇ ਪਿਤਾ ਗੁਰੂ ਜੀ ਨੇ ਪਿਆਨਾ ਚੱਲਣਾ ਕੀਤਾ, ਭਾਂਤ ਭਾਂਤ ਕੇ ਤੀਰਥ ਨਾਨਾ, ਤਰ੍ਹਾਂ ਤਰ੍ਹਾਂ ਦੇ ਤੀਰਥਾਂ 'ਤੇ ਗਏ, ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਲੋਕ ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ ਆ, ਆਪਣੇ ਪਾਪ ਧੋਣ ਜਾਂਦੇ ਆ, ਪਰ ਸਤਿਗੁਰੂ ਜੀ ਉੱਥੇ ਜਾ ਕੇ ਜੋ ਉਪਦੇਸ਼ ਬਖਸ਼ਿਸ਼ ਕਰਦੇ ਹੈ, ਜੋ ਸਿੱਖਿਆ ਬਖਸ਼ਿਸ਼ ਕਰਦੇ ਹੈ, ਕਿਉਂਕਿ ਤੀਰਥਾਂ ਦੇ ਉੱਤੇ ਸੰਗਤਾਂ ਜੁੜਦੀਆਂ, ਲੋਕ ਇਕੱਠੇ ਹੁੰਦੇ ਆ, ਅਤੇ ਸਤਿਗੁਰਾਂ ਦਾ ਇਹ ਤਰੀਕਾ ਹੈ, ਸਤਿਗੁਰਾਂ ਦਾ ਇਹ ਢੰਗ ਹੈ ਕਿ ਜਿੱਥੇ ਬਹੁਤੀ ਸੰਗਤ ਜੁੜਦੀ ਹੈ ਉੱਥੇ ਜਾ ਕੇ ਸਹੀ ਮਾਰਗ, ਸਹੀ ਦਿਸ਼ਾ ਉਹਨਾਂ ਨੂੰ ਦੱਸੀ ਜਾਏ। ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਗੰਗਾ ਦੇ ਕਿਨਾਰੇ 'ਤੇ ਪਹੁੰਚੇ ਸਨ ਅਤੇ ਲੋਕ ਸੂਰਜ ਨੂੰ ਪਾਣੀ ਦਿੰਦੇ ਸਨ, ਅਤੇ ਸਤਿਗੁਰਾਂ ਨੇ ਲਹਿੰਦੇ ਵਾਲੇ ਪਾਸੇ ਨੂੰ ਸਿੱਟਣਾ ਸ਼ੁਰੂ ਕਰਤਾ ਸੀ। ਜਦੋਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਇਹ ਕਿਉਂ ਕਰਦੇ ਹੋ, ਤਾਂ ਸਤਿਗੁਰਾਂ ਨੇ ਸਾਰੀ ਫਿਰ ਉਪਦੇਸ਼ ਬਖਸ਼ਿਸ਼ ਕੀਤਾ ਕਿ ਅਸਲੀ ਤੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਕਲਯੁਗ ਦੇ ਅੰਦਰ ਉੱਤਮ ਹੈ, ਕਿ ਜਿਹਦੇ ਕੋਲ ਪਰਮੇਸ਼ਰ ਦਾ ਨਾਮ ਹੈ, ਪਰਮੇਸ਼ਰ ਦੇ ਨਾਮ ਦੀ ਕਮਾਈ ਹੈ, ਗੁਰੂ ਕੀ ਪਾਵਨ ਬਾਣੀ ਦਾ ਸਿਧਾਂਤ ਜਿਸ ਦੇ ਹਿਰਦੇ ਦੇ ਅੰਦਰ ਵਸਿਆ ਹੋਇਆ, ਉਹ ਅਕਾਲ ਪੁਰਖ ਪਰਮੇਸ਼ਰ ਦੀ ਹੀ ਪੂਜਾ ਕਰਦਾ ਹੈ, ਉਹ ਕਰਤੇ ਪਰਮੇਸ਼ਰ ਦੀ ਹੀ ਅਰਾਧਨਾ ਕਰਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ, ਜਦੋਂ ਸਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤੀਰਥਾਂ ਦੇ ਉੱਤੇ ਰਟਨ ਕੀਤਾ ਤੇ ਚਲਦੇ ਚਲਦੇ ਜਿੱਥੇ ਇਲਾਹਾਬਾਦ ਦੀ ਧਰਤੀ ਹੈ, ਜਿੱਥੇ ਪ੍ਰਯਾਗ ਰਾਗ ਲੱਗਦਾ, 3 ਨਦੀਆਂ ਜਿੱਥੇ ਇਕੱਠੀਆਂ ਹੁੰਦੀਆਂ, ਤ੍ਰਿਵੈਣੀ ਹੈ, ਹਿੰਦੂ ਮਤ ਦਾ ਮਹਾਨ ਉੱਤਮ ਉਹ ਜਗ੍ਹਾ ਹੈ। ਉੱਥੇ ਜਦੋਂ ਸਤਿਗੁਰੂ ਜੀ ਗਏ ਤਾਂ ਸਤਿਗੁਰੂ ਜੀ ਕਹਿੰਦੇ, ਤਹੀਂ ਪ੍ਰਕਾਸ਼ ਹਮਾਰਾ ਭਇਓ, ਕਿ ਉੱਥੇ ਮਾਤਾ ਗੁਜਰ ਕੌਰ ਜੀ ਦੀ ਕੁੱਖ ਦੇ ਅੰਦਰ, ਭਾਵ ਕਿ ਸਾਡਾ ਪ੍ਰਕਾਸ਼ ਹੋਇਆ। ਫਿਰ ਸਮਾਂ ਪਾ ਕੇ ਪਟਨਾ ਸ਼ਹਿਰ ਵਿਖੇ ਭਵ ਲਇਓ, ਫਿਰ ਸਮਾਂ ਨੂੰ ਪੂਰਾ ਕਰਕੇ ਪਟਨਾ ਸਾਹਿਬ ਦੀ ਧਰਤੀ 'ਤੇ ਅਸੀਂ ਭਵ ਕਹੀਏ ਪ੍ਰਗਟ ਰੂਪ ਦੇ ਅੰਦਰ ਇਹ 5 ਭੌਤਿਕ ਸਰੀਰ ਜਿਹੜਾ, ਇਹਨੂੰ ਧਾਰਨ ਕਰਕੇ ਅਵਤਾਰ ਧਾਰਿਆ। ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਵੀ ਲਿਖੇ ਹਨ
ਕਿ ਸਾਡੇ ਮਾਤਾ ਪਿਤਾ ਦੀ ਬੰਦਗੀ ਇੰਨੀ ਸੀ, ਕਮਾਈ ਇੰਨੀ ਸੀ, ਜਿਸ ਕਰਕੇ ਸਾਨੂੰ ਇਸ ਕੁੱਖ ਦੇ ਵਿੱਚ ਆਉਣਾ ਪਿਆ। ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਵਿਧ ਜੋਗ ਸਾਧਨਾ ਸਾਧਾ। ਕਿ ਸਾਡੇ ਮਾਤਾ ਪਿਤਾ ਜੀ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ 26 ਸਾਲ 9 ਮਹੀਨੇ 13 ਦਿਨ ਭੋਰਾ ਸਾਹਿਬ ਦੇ ਅੰਦਰ ਮਹਾਨ ਤਪੱਸਿਆ ਬੰਦਗੀ ਕੀਤੀ ਹੈ। ਉੱਥੇ ਫਿਰ ਮੱਖਣ ਸ਼ਾਹ ਲੁਬਾਣੇ ਨੇ ਸਤਿਗੁਰਾਂ ਨੂੰ ਪ੍ਰਗਟ ਕੀਤਾ ਸੀ ਜਦੋਂ 22 ਮੰਜੀਆਂ ਲੱਗ ਗਈਆਂ ਸਨ। ਇਸ ਪ੍ਰਕਾਰ ਸਾਡੇ ਪਿਤਾ ਜੀ ਨੇ ਤੇ ਮਾਤਾ ਜੀ ਨੇ ਮਹਾਨ ਤਪ ਕੀਤਾ, ਬੰਦਗੀ ਕੀਤੀ ਹੈ। ਇਸ ਕਰਕੇ ਸਤਿਗੁਰੂ ਜੀ ਇਹ ਸਿੱਖਿਆ ਬਖਸ਼ਿਸ਼ ਕਰਦੇ ਹੈ ਕਿ ਜਦੋਂ ਕੋਈ ਅਵਤਾਰੀ ਰੂਹਾਂ ਇਸ ਧਰਤੀ ਤੇ ਅਵਤਾਰ ਧਾਰਦੀਆਂ ਤੇ ਉਹਨਾਂ ਦੇ ਵਾਸਤੇ ਉਹ ਕੁੱਖ ਜਿਹੜੀ ਹੈ ਉਹ ਬੜੀ ਉੱਤਮ ਤੇ ਸ੍ਰੇਸ਼ਟ ਹੁੰਦੀ ਹੈ। ਜਿਨ੍ਹਾਂ ਦੀ ਕੋਈ ਮਹਾਨ ਬੰਦਗੀ ਕਮਾਈ ਘਾਲਣਾ ਹੁੰਦੀ ਹੈ, ਨਾਮ ਸਿਮਰਨ ਦੀ ਐਸੀ ਭਗਤੀ ਹੁੰਦੀ ਹੈ, ਉਹਨਾਂ ਦੇ ਘਰਾਂ ਦੇ ਅੰਦਰ ਜਿਹੜੀਆਂ ਕੋਈ ਰੂਹਾਂ ਅਵਤਾਰ ਲੈਂਦੀਆਂ ਜਾਂ ਜਨਮ ਲੈਂਦੀਆਂ, ਉਹ ਫਿਰ ਉਹ ਪਰਮੇਸ਼ਰ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗੀਆਂ ਹੁੰਦੀਆਂ। ਇਸੇ ਕਰਕੇ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤੇ ਹੈ ਸਾਨੂੰ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਦੀ ਧਰਤੀ ਤੇ ਅਵਤਾਰ ਧਾਰਨ ਕਰਕੇ ਬਚਪਨ ਦੇ ਅੰਦਰ ਹੀ ਸਤਿਗੁਰਾਂ ਨੇ ਬੜੇ ਕੌਤਕ ਸਮੇਂ ਦੀਆਂ ਜਿਹੜੀਆਂ ਹਕੂਮਤਾਂ ਸਨ ਉਹਨਾਂ ਦੇ ਵਿਰੁੱਧ ਜ਼ੁਲਮ ਦੇ ਖਿਲਾਫ ਜਿਹੜੀ ਆਵਾਜ਼ ਸੀ ਉਹ ਸਤਿਗੁਰਾਂ ਨੇ ਚੁੱਕਣੀ ਸ਼ੁਰੂ ਕਰ ਦਿੱਤੀ ਬਚਪਨ ਦੇ ਅੰਦਰ ਹੀ। ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਦੋਂ ਆਪਾਂ ਸਾਰਾ ਇਤਿਹਾਸ ਵੇਖਦੇ ਹਾਂ ਤੇ ਸੰਸਾਰ ਦੇ ਅੰਦਰ 3 ਪੀੜ੍ਹੀਆਂ ਚੱਲਦੀਆਂ। ਇੱਕ ਤੇ ਸੰਸਾਰ ਦੇ ਅੰਦਰ ਉਹ ਲੋਕ ਮਹਾਨ ਮੰਨੇ ਜਾਂਦੇ ਹੈ, ਉਹ ਸ਼ਖਸ ਬੜੇ ਪੂਜੇ ਜਾਂਦੇ ਹੈ ਜਿਨ੍ਹਾਂ ਦੀ ਆਪਦੀ ਕਮਾਈ ਬੜੀ ਹੁੰਦੀ ਹੈ, ਬੰਦਗੀ ਬੜੀ ਹੁੰਦੀ ਹੈ, ਕੁਰਬਾਨੀ ਬੜੀ ਹੁੰਦੀ ਹੈ, ਪਰਉਪਕਾਰ ਬੜਾ ਹੁੰਦਾ। ਇਸ ਕਰਕੇ ਲੋਕ ਉਹਨਾਂ ਨੂੰ ਪੂਜਦੇ ਹੈ। ਦੂਸਰੇ ਨੰਬਰ 'ਤੇ ਜਿਨ੍ਹਾਂ ਦੀ ਆਪਦੀ ਕੋਈ ਬੰਦਗੀ, ਕੋਈ ਪਰਉਪਕਾਰ, ਕੁਰਬਾਨੀ ਨਹੀਂ ਹੁੰਦੀ, ਕਈ ਵਾਰ ਉਹਨਾਂ ਦੇ ਪੁਰਖਿਆਂ ਦੀ, ਵੱਡ ਵਡੇਰਿਆਂ ਦੀ, ਦਾਦਿਆਂ ਪੜਦਾਦਿਆਂ ਦੀ ਕਮਾਈ ਕੁਰਬਾਨੀ ਐਸੀ ਹੁੰਦੀ ਹੈ, ਉਹਨੂੰ ਵੇਖ ਕੇ ਹੀ ਲੋਕ ਉਹਨਾਂ ਦੀ ਪੂਜਾ ਕਰਦੇ ਆ। ਤੀਸਰੇ ਨੰਬਰ 'ਤੇ ਉਹ ਲੋਕ ਹੁੰਦੇ ਹਨ ਜਿਨ੍ਹਾਂ ਦੇ ਪਿੱਛੇ ਖਾਨਦਾਨ ਦੇ ਅੰਦਰ ਵੀ ਕੋਈ ਕੁਰਬਾਨੀ, ਕੋਈ ਸੇਵਾ ਸਿਮਰਨ ਬੰਦਗੀ ਵਾਲੀ ਰੂਹ ਨਹੀਂ ਹੁੰਦੀ, ਆਪ ਵੀ ਉਹਨਾਂ ਦੀ ਕੋਈ ਕਮਾਈ ਬੰਦਗੀ ਨਹੀਂ ਹੁੰਦੀ, ਪਰ ਉਹਨਾਂ ਦੇ ਘਰ ਦੇ ਅੰਦਰ ਕਈ ਵਾਰ ਸੰਤਾਨ ਐਸੀ ਪੈਦਾ ਹੋ ਜਾਂਦੀ ਹੈ ਕਿ ਉਹ ਐਸੀ ਕੁਰਬਾਨੀ ਕਰ ਜਾਂਦੇ, ਐਸੀ ਬੰਦਗੀ ਕਰ ਜਾਂਦੇ ਹੈ ਤੇ ਉਹਨਾਂ ਨੂੰ ਲੋਕ ਪੂਜਣ ਲੱਗ ਜਾਂਦੇ ਆ। ਪਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਵੇਖੋ, 3 ਪੀੜ੍ਹੀਆਂ ਤੇ ਤਿੰਨੇ ਹੀ ਕੁਰਬਾਨੀ ਤੇ ਬੰਦਗੀ ਦੇ ਨਾਲ ਭਰੀਆਂ ਹੋਈਆਂ। ਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਾਦਾ ਜੀ ਨੂੰ ਆਪਾਂ ਵੇਖਦੇ ਹਾਂ ਤਾਂ ਦਾਦੇ ਹਨ ਸਤਿਗੁਰਾਂ ਦੇ ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਫੌਜਾਂ ਰੱਖਣੀਆਂ ਸ਼ੁਰੂ ਕੀਤੀਆਂ, ਜੰਗੀ ਸ਼ਸਤਰ ਰੱਖਣੇ ਸ਼ੁਰੂ ਕੀਤੇ, ਜ਼ੁਲਮ ਦੇ ਖਿਲਾਫ ਲੜਨ ਦੇ ਲਈ ਸਿੱਖਾਂ ਦੇ ਅੰਦਰ ਇੱਕ ਜੁਝਾਰੂਪੁਣਾ ਪੈਦਾ ਕੀਤਾ। ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਡ ਯੋਧਾ ਬਹੁ ਪਰਉਪਕਾਰੀ, ਵੱਡੇ ਯੋਧੇ ਤੇ ਸੂਰਮੇ ਹੋਏ। ਇਸੇ ਪ੍ਰਕਾਰ ਫਿਰ ਸਤਿਗੁਰਾਂ ਦੇ ਪਿਤਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਅਨੋਖੀ ਕੁਰਬਾਨੀ ਹੈ ਸੰਸਾਰ ਦੇ ਅੰਦਰ। ਸਤਿਗੁਰਾਂ ਨੇ ਆਪ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕੁਰਬਾਨੀ ਲਿਖੀ ਹੈ। ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤ ਇਤੀ ਜਿਨ ਕਰੀ,
ਸੀਸ ਦੀਆ ਪਰ ਸੀ ਨਾ ਉਚਰੀ, ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਿੰਦੂ ਧਰਮ ਦੀ ਰਾਖੀ ਵਾਸਤੇ, ਤਿਲਕ ਤੇ ਜੰਜੂ ਦੀ ਰਾਖੀ ਵਾਸਤੇ, ਜਦੋਂ ਔਰੰਗਜ਼ੇਬ ਕਹਿੰਦਾ ਸੀ ਕਿ ਇਹਨਾਂ ਨੂੰ ਲਾਓ, ਮੁਸਲਮਾਨ ਬਣੋ, ਤੇ ਜਾਂ ਦੀਨ ਕਬੂਲ ਕਰ ਲਓ ਤੇ ਜਾਂ ਮਰਨ ਦੇ ਲਈ ਤਿਆਰ ਹੋ ਜਾਓ, ਇਹ ਦੋ ਹੀ ਐਲਾਨ ਸਨ ਔਰੰਗਜ਼ੇਬ ਦੇ। ਤਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਇਹਨਾਂ ਗਰੀਬਾਂ ਦੀ, ਮਜਲੂਮਾਂ ਦੀ ਬਾਂਹ ਫੜੀ ਕਿ ਮਹਾਨ ਕੁਰਬਾਨੀ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ, ਸਤਿਗੁਰਾਂ ਦੇ ਪਿਤਾ ਦੀ, ਫਿਰ ਸਤਿਗੁਰਾਂ ਦੀ ਆਪ ਦੀ ਬੰਦਗੀ ਵੇਖੋ, ਹੇਮਕੁੰਟ ਸਾਹਿਬ ਦੇ ਉੱਤੇ ਕਿੱਡੀ ਤਪੱਸਿਆ ਕੀਤੀ। ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਜਿਹੜੀ ਪੀੜ੍ਹੀ ਹੈ, ਜੋ ਸਤਿਗੁਰਾਂ ਦੀ ਅੱਗੇ ਸੰਤਾਨ ਹੈ, 4 ਸਾਹਿਬਜ਼ਾਦੇ, ਉਹਨਾਂ ਦੀ ਕੁਰਬਾਨੀ ਦੁਨੀਆ ਦੇ ਅੰਦਰ ਕੋਈ ਨਹੀਂ ਭੁੱਲ ਸਕਦਾ। ਧੰਨ ਬਾਬਾ ਅਜੀਤ ਸਿੰਘ, ਧੰਨ ਬਾਬਾ ਜੁਝਾਰ ਸਿੰਘ, ਧੰਨ ਬਾਬਾ ਜੋਰਾਵਰ ਸਿੰਘ, ਧੰਨ ਬਾਬਾ ਫਤਿਹ ਸਿੰਘ, ਛੋਟੀਆਂ ਛੋਟੀਆਂ ਉਮਰਾਂ ਦੇ ਅੰਦਰ ਜ਼ੁਲਮ ਦੇ ਨਾਲ ਇਸ ਤਰੀਕੇ ਦੇ ਨਾਲ ਲੜ ਕੇ ਗਏ। ਅੱਜ ਵੀ ਸਿੱਖਾਂ ਦੇ ਅੰਦਰ ਉਹ ਜਜ਼ਬਾ, ਸਿੱਖਾਂ ਦੇ ਅੰਦਰ ਉਹ ਜਿਹੜੀ ਅਣਖ ਤੇ ਗੈਰਤ ਹੈ, ਉਹ ਡੁੱਲ ਡੁੱਲ ਕੇ ਪੈਂਦੀ ਹੈ। ਉਹ ਦੇਣ ਹੈ ਤੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ। ਅਜੋਕੇ ਸਮੇਂ ਦੇ ਅੰਦਰ ਦਿੱਲੀ ਦੀ ਧਰਤੀ ਤੇ ਕਿਸਾਨਾਂ ਤੇ ਮਜ਼ਦੂਰਾਂ ਦਾ ਮੋਰਚਾ ਚੱਲ ਰਿਹਾ, ਜੋ ਸਮੇਂ ਦੀਆਂ ਸਰਕਾਰਾਂ ਵੱਲੋਂ 3 ਕਾਨੂੰਨ ਬਣਾਏ ਗਏ। ਕਾਰਪੋਰੇਟ ਜਿਹੜੇ ਘਰਾਣੇ ਹੈ, ਅਮੀਰ ਪੂੰਜੀਪਤੀ ਜਿਹੜੇ ਲੋਕ ਹੈ, ਉਹਨਾਂ ਦੇ ਹੱਥੀਂ ਸਭ ਕੁਝ ਦੇਣ ਵਾਸਤੇ ਇਹ ਪਲਾਨਿੰਗ ਕੀਤੀ ਗਈ। ਪਰ ਪੜ੍ਹੇ ਲਿਖੇ ਵਰਗ ਹੋਣ ਕਰਕੇ, ਸਾਡੀ ਪੜ੍ਹੀ ਲਿਖੀ ਕੌਮ ਹੋਣ ਕਰਕੇ ਸਾਨੂੰ ਪਤਾ ਚੱਲ ਗਿਆ, ਤੇ ਉਸ ਪਤਾ ਚੱਲਣ ਕਰਕੇ ਇਹ ਐਡਾ ਵੱਡਾ ਮੋਰਚਾ ਲੱਗ ਗਿਆ। ਪਹਿਲ ਪੰਜਾਬ ਨੇ ਕੀਤੀ ਤੇ ਸਾਰਾ ਹਿੰਦੁਸਤਾਨ ਇਕੱਠਾ ਹੋ ਗਿਆ। ਤੇ ਉੱਥੇ ਆਪਾਂ ਜਾਂਦੇ ਹਾਂ, ਸੰਗਤਾਂ ਜਾਂਦੀਆਂ, ਤੇ ਜਿਹਨੂੰ ਵੀ ਪੁੱਛਦੇ ਆ ਉਹਦੇ ਅੰਦਰ ਜੇ ਬੈਠਾ ਹੈ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਯਾਦ ਅੰਦਰ ਬੈਠੀ ਹੈ ਤੇ ਬਾਬਾ ਅਜੀਤ ਸਿੰਘ ਦੀ, ਬਾਬਾ ਜੁਝਾਰ ਸਿੰਘ ਦੀ, ਬਾਬਾ ਜੋਰਾਵਰ ਸਿੰਘ ਦੀ, ਬਾਬਾ ਫਤਿਹ ਸਿੰਘ ਦੀ। ਕਿ ਇੰਨੀ ਠੰਡ ਦੇ ਅੰਦਰ ਜਦੋਂ ਪੁੱਛਦੇ ਆ ਕਿ ਠੰਡ ਨਹੀਂ ਲੱਗਦੀ, ਤੇ ਕਹਿੰਦੇ ਅਸੀਂ ਸਾਹਿਬਜ਼ਾਦਿਆਂ ਨੂੰ ਚੇਤੇ ਕਰਦੇ ਹਾਂ। ਇਸ ਪ੍ਰਕਾਰ ਇਹ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਡਲੇ ਸਪੁੱਤਰਾਂ ਦੀ ਕੁਰਬਾਨੀ ਹੈ ਕਿ ਅੱਜ ਵੀ ਸਾਡੇ ਅੰਦਰ, ਅੱਜ ਵੀ ਸਾਡੇ ਨੌਜਵਾਨਾਂ ਦੇ ਅੰਦਰ, ਬੱਚਿਆਂ ਦੇ ਅੰਦਰ ਉਹ ਅਣਖ ਤੇ ਗੈਰਤ ਜਿਹੜੀ ਹੈ ਉਹ ਭਰੀ ਹੋਈ ਹੈ। ਇਸ ਪ੍ਰਕਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਮੁੱਚਾ ਜੀਵਨ ਜੇ ਆਪਾਂ ਵੇਖੀਏ, ਤੇ ਸਤਿਗੁਰਾਂ ਨੇ ਸਾਨੂੰ ਉਹ ਉਪਦੇਸ਼ ਬਖਸ਼ਿਸ਼ ਕੀਤੇ ਹੈ, ਉਹ ਸਿੱਖਿਆ ਬਖਸ਼ਿਸ਼ ਕੀਤੀ ਹੈ। ਸਤਿਗੁਰਾਂ ਨੇ ਸਾਰੇ ਪਾਸਿਆਂ ਤੋਂ ਹੀ ਸਾਨੂੰ ਸੁਚੇਤ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕਰਕੇ 9ਵੇਂ ਜਾਮੇ ਤੱਕ ਜੋ ਜੋ ਸਤਿਗੁਰਾਂ ਨੇ ਸਿੱਖਿਆਵਾਂ ਬਖਸ਼ਿਸ਼ ਕੀਤੀਆਂ, 10ਵੇਂ ਜਾਮੇ ਦੇ ਅੰਦਰ ਫਿਰ ਸਤਿਗੁਰਾਂ ਨੇ ਉਸ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ। ਜਿਸ ਸਿੱਖ ਸੀ ਪਹਿਲਾਂ, ਤਾਂ ਸਤਿਗੁਰਾਂ ਨੇ ਸਿੰਘ ਸਜਾ ਦਿੱਤਾ। ਜਿੱਥੇ ਸ਼ਾਂਤੀ ਦਾ ਪਾਠ ਪੜ੍ਹਿਆ ਜਾਂਦਾ ਸੀ, ਸਤਿਗੁਰਾਂ ਨੇ ਨਾਲ ਕ੍ਰਾਂਤੀ ਜੋੜ ਦਿੱਤੀ। ਇਸੇ ਪ੍ਰਕਾਰ ਜਿੱਥੇ ਮਾਲਾ ਦੇ ਨਾਲ ਭਗਤੀ ਕੀਤੀ ਜਾਂਦੀ ਸੀ, ਉਸੇ ਭਗਤੀ ਦੀ ਰਾਖੀ ਵਾਸਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਲਵਾਰ ਫੜਾ ਦਿੱਤੀ ਕਿ ਜੇ ਕੋਈ ਇਹ ਮਾਲਾ ਦੇ ਮਣਕਿਆਂ ਨੂੰ ਧੂਣ ਦੀ ਗੱਲ ਕਰਦਾ, ਖੋਹਣ ਦੀ ਗੱਲ ਕਰਦਾ, ਤੇ ਉਹਦੇ ਵਾਸਤੇ ਸ਼ਕਤੀ ਹੈ। ਭਗਤੀ ਤੇ ਸ਼ਕਤੀ ਦਾ ਸੁਮੇਲ ਹੀ ਖਾਲਸਾ ਹੈ। ਖਾਲਸੇ ਦੀ ਪਰਿਭਾਸ਼ਾ ਕੀ ਹੈ? ਭਗਤੀ ਪਲੱਸ ਸ਼ਕਤੀ। ਜਿਸ ਦੇ ਕੋਲੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਭਗਤੀ ਹੈ, ਬਾਣੀ ਦੀ ਕਮਾਈ ਹੈ, ਤੇ ਜਿਹਦੇ ਅੰਦਰ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਸ਼ਕਤੀ ਹੈ, ਉਹ ਖਾਲਸਾ ਹੈ। ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
1756 ਬਿਕਰਮੀ ਨੂੰ ਖਾਲਸੇ ਪੰਥ ਦੀ ਸਾਜਨਾ ਕੀਤੀ। ਤਾਂ ਸਤਿਗੁਰਾਂ ਨੇ ਜਦੋਂ ਖਾਲਸਾ ਪੰਥ ਸਾਜ ਦਿੱਤਾ ਤੇ ਉਸ ਸਮੇਂ ਜਿਹੜੇ 22 ਧਾਰ ਦੇ ਰਾਜੇ ਸਨ, ਪਹਾੜੀ ਰਾਜੇ ਸਨ, ਜਿਹੜੇ ਗੁਰੂ ਘਰ ਦੇ ਵਿਰੋਧੀ ਸਨ, ਇਹ ਵਿਰੋਧੀ ਕਿਉਂ ਬਣੇ? ਜਦੋਂ ਸਤਿਗੁਰਾਂ ਨੇ ਖਾਲਸਾ ਸਾਜ ਦਿੱਤਾ ਤੇ ਨਾਲ ਹੀ ਸਤਿਗੁਰਾਂ ਨੇ ਹੁਕਮ ਕੀਤਾ ਕਿ ਰਣਜੀਤ ਨਗਾਰਾ ਜਿਹੜਾ ਉਹ ਬਣਾਇਆ ਜਾਏ। ਜਦੋਂ ਸਵੇਰੇ ਸ਼ਾਮ ਨਗਾਰਾ ਵੱਜਣ ਲੱਗਿਆ, ਪਹਾੜੀਆਂ ਗੂੰਜਣ ਲੱਗੀਆਂ, ਫਿਰ ਇਹ 22 ਧਾਰ ਦੇ ਰਾਜਿਆਂ ਨੂੰ ਫਿਕਰ ਪਿਆ ਵੀ ਇਹ ਤੇ ਫਕੀਰਾਂ ਦਾ ਘਰ ਸੀ ਤੇ ਨਗਾਰੇ ਵਜਾ ਰਹੇ ਤੇ ਫੌਜਾਂ ਰੱਖ ਰਹੇ। ਉਸ ਸਮੇਂ ਫਿਰ ਇਹ ਸਤਿਗੁਰਾਂ ਦੇ ਪਾਸ ਇਹਨਾਂ ਨੇ ਆਪਣੇ ਮੰਤਰੀ ਭੇਜੇ, ਵਜ਼ੀਰ ਭੇਜੇ। ਤਾਂ ਸਤਿਗੁਰਾਂ ਨੇ ਜਵਾਬ ਦਿੱਤਾ ਕਿ ਇਹ ਖਾਲਸਾ ਪੰਥ ਜਿਹੜਾ ਅਸੀਂ ਸਾਜਿਆ, ਇਹ ਅਕਾਲ ਪੁਰਖ ਦਾ ਹੁਕਮ ਹੈ। ਅਕਾਲ ਪੁਰਖ ਦੇ ਹੁਕਮ ਦੇ ਅੰਦਰ ਅਸੀਂ ਇਹ ਖਾਲਸਾ ਸਾਜਿਆ ਤੇ ਤੁਸੀਂ ਵੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੋ, ਗੁਰੂ ਵਾਲੇ ਬਣੋ, ਖਾਲਸੇ ਪੰਥ ਦੇ ਅੰਦਰ ਸ਼ਾਮਲ ਹੋ ਤੇ ਤੁਸੀਂ ਵੀ ਜ਼ੁਲਮ ਦੇ ਖਿਲਾਫ ਲੜੋ, ਕਿਉਂਕਿ ਇਹਨਾਂ ਦਾ ਰਾਜ ਵੀ ਔਰੰਗਜ਼ੇਬ ਦੇ ਅਧੀਨ ਸੀ। ਇਹ ਵੀ ਉਹਦਾ ਟੈਕਸ ਭਰਦੇ, ਉਹਨੂੰ ਮਾਮਲਾ ਦਿੰਦੇ ਸੀ। ਤਾਂ ਸਤਿਗੁਰੂ ਜੀ ਕਹਿੰਦੇ ਤੁਸੀਂ ਵੀ ਆਜ਼ਾਦ ਹੋਵੋ, ਕਿਸੇ ਦੇ ਅਧੀਨ ਜਿਹੜਾ ਰਹਿਣਾ ਹੈ ਇਹ ਗੁਲਾਮੀ ਦੀ ਨਿਸ਼ਾਨੀ ਹੈ। ਤੇ ਹਿੰਦੁਸਤਾਨ ਜਿਹੜਾ ਸਦੀਆਂ ਤੋਂ ਗੁਲਾਮ ਸੀ, ਇਹ ਗੁਲਾਮ ਬਣਿਆ ਕਿਵੇਂ? ਜਦੋਂ ਸ਼ਕਤੀ ਦਾ ਰਾਹ ਛੱਡ ਦਿੱਤਾ। ਜਦੋਂ ਰਾਜੇ ਅਸ਼ੋਕ ਵਰਗਿਆਂ ਨੇ ਹੱਥੋਂ ਸ਼ਸਤਰ ਸੁੱਟ ਦਿੱਤੇ ਕਿ ਅਹਿੰਸਾ ਪਰਮੋ ਧਰਮਾ, ਕਿ ਜੀਵ ਹੱਤਿਆ ਹੁੰਦੀ ਹੈ, ਇਸ ਕਰਕੇ ਪਾਪ ਲੱਗਦਾ, ਕਿਸੇ ਨੂੰ ਮਾਰਨਾ ਨਹੀਂ। ਮਾਰਨਾ ਕਿਸੇ ਨੂੰ ਪਾਪ ਹੈ, ਗੁਰਬਾਣੀ ਵੀ ਮੰਨਦੀ ਹੈ, ਸਿੱਖ ਪੰਥ ਵੀ ਮੰਨਦਾ ਕਿ ਕਿਸੇ ਨੂੰ ਮਾਰ ਦੇਣਾ ਬਹੁਤ ਵੱਡਾ ਪਾਪ ਹੈ, ਕਿਸੇ ਦੀ ਜਾਨ ਲੈ ਲੈਣੀ। ਪਰ ਜ਼ੁਲਮ ਨੂੰ ਖਤਮ ਕਰ ਦੇਣਾ, ਜ਼ਾਲਮ ਨੂੰ ਮਾਰ ਦੇਣਾ, ਇਹ ਪਾਪ ਨਹੀਂ ਹੈ। ਜਿਵੇਂ ਸਾਡੇ ਸਰੀਰ ਦੇ ਉੱਤੇ ਕੋਈ ਫੋੜਾ ਨਿਕਲ ਆਵੇ, ਉਹਦੇ ਵਿੱਚੋਂ ਪਾਕ ਸਿਮਦੀ ਹੈ, ਉਹਦੇ ਵਿੱਚੋਂ ਬਦਬੂ ਆਉਂਦੀ ਹੈ, ਉਹਦੇ ਵਿੱਚੋਂ ਰੇਸ਼ਾ ਸਿਮਦਾ, ਤੇ ਅਸੀਂ ਉਹਦਾ ਆਪਰੇਸ਼ਨ ਵੀ ਕਰਾ ਦਿੰਦੇ ਹਾਂ, ਉਹਦਾ ਇਲਾਜ ਵੀ ਕਰਾ ਦਿੰਦੇ ਹਾਂ, ਚੀਰ ਫਾੜ ਵੀ ਕਰ ਦਿੰਦੇ ਹਾਂ, ਸਾਡਾ ਅੰਗ ਜਿਹੜਾ ਸਹੀ ਸਲਾਮਤ ਹੋ ਜਾਂਦਾ। ਤੇ ਜੇ ਅਸੀਂ ਗੌਰ ਨਾ ਕਰੀਏ ਤਾਂ ਫਿਰ ਸਾਡਾ ਅੰਗ ਜਿਹੜਾ ਉਹ ਵੀ ਹੱਥੋਂ ਕਈ ਵਾਰ ਚਲਿਆ ਜਾਂਦਾ, ਕੱਟਣਾ ਵੀ ਪੈ ਜਾਂਦਾ, ਇੱਥੋਂ ਤੱਕ ਨੌਬਤ ਆ ਜਾਂਦੀ। ਇਸੇ ਪ੍ਰਕਾਰ ਹੀ ਇਹ ਜਿਹੜਾ ਜ਼ੁਲਮ ਹੈ, ਇਹ ਹਿੰਦੁਸਤਾਨ ਨੂੰ ਇੱਕ ਫੋੜੇ ਵਾਂਗੂ ਲੱਗਿਆ ਹੋਇਆ ਸੀ। ਤੇ ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਪੰਥ ਨੂੰ ਸਾਜ ਕੇ ਇੱਕ ਫੌਜ ਤਿਆਰ ਕੀਤੀ ਅਕਾਲ ਪੁਰਖ ਦੀ, ਜਿਸ ਦੇ ਅੰਦਰ ਕੋਈ ਲੋਭ ਲਾਲਚ ਨਹੀਂ, ਜਿਸ ਦੇ ਅੰਦਰ ਕਿਸੇ ਪ੍ਰਕਾਰ ਦੀ ਕੋਈ ਦੁਨਿਆਵੀ ਇੱਛਾ ਨਹੀਂ, ਜਿਹੜੇ ਕੇਵਲ ਤੇ ਕੇਵਲ ਜ਼ੁਲਮ ਲਈ ਲੜਦੇ ਆ, ਉਹ ਫੌਜ ਸਤਿਗੁਰਾਂ ਨੇ ਤਿਆਰ ਕੀਤੀ। ਜਦੋਂ ਇਹ 22 ਧਾਰ ਦੇ ਰਾਜਿਆਂ ਨੂੰ ਆਖਿਆ ਕਿ ਤੁਸੀਂ ਸ਼ਾਮਲ ਹੋ, ਤੇ ਇਹਨਾਂ ਨੇ ਆ ਕੇ ਬੇਨਤੀਆਂ ਕੀਤੀਆਂ ਜੀ ਕਿ ਤੁਸੀਂ ਤੇ ਸਾਰੇ ਹੀ ਇਹ ਨੀਵੀਆਂ ਜਾਤਾਂ ਦੇ ਇਕੱਠੇ ਕੀਤੇ ਹੈ, ਵਣ ਦੀ ਲੱਕੜੀ ਇਕੱਠੀ ਕੀਤੀ ਹੈ ਤੁਸੀਂ, ਜੇ ਫੌਜ ਤਿਆਰ ਕਰਨੀ ਹੈ ਤੇ ਛਤਰੀਆਂ ਦੀ ਕਰੋ, ਬਹਾਦਰਾਂ ਦੀ ਕਰੋ, ਖਾਨਦਾਨੀ ਜਿਹੜੇ ਯੋਧੇ ਉਹਨਾਂ ਦੀ ਕਰੋ। ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਸਤਿਗੁਰਾਂ ਨੇ ਬਚਨ ਕੀਤਾ, ਜਿਨ ਕੀ ਜਾਤ ਗੋਤ ਕੁਲ ਨਾਹੀ, ਸਰਦਾਰੀ ਨਹਿ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਨ ਗਰੀਬ ਸਿੰਘਨ ਕੋ ਦਿਓ ਬਾਦਸ਼ਾਹੀ, ਜੇ ਯਾਦ ਕਰੈ ਹਮਰੀ ਗੁਰਿਆਈ। ਸਤਿਗੁਰੂ ਜੀ ਕਹਿਣ ਲੱਗੇ, ਇਹਨਾਂ ਗਰੀਬਾਂ ਨੂੰ ਹੀ ਅਸੀਂ ਪਾਤਸ਼ਾਹੀਆਂ ਦੇਣੀਆਂ, ਇਹਨਾਂ ਗਰੀਬਾਂ ਨੂੰ ਹੀ ਅਸੀਂ ਬਾਦਸ਼ਾਹ ਬਣਾਉਣਾ ਦੁਨੀਆ ਦੇ ਅੰਦਰ। ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਇਹ ਜਵਾਬ ਦਿੱਤੇ, ਇਹਨਾਂ ਨੇ ਸ਼ਰਤਾਂ ਰੱਖੀਆਂ ਸੀ ਕਿ ਸਾਡਾ ਬਾਟਾ ਵੱਖਰਾ ਕਰੋ, ਅਸੀਂ ਤਿਲਕ ਜੰਝੂ ਨਹੀਂ ਛੱਡਣੇ, ਸਾਨੂੰ ਅੰਮ੍ਰਿਤ ਛਕਾ ਦਿਓ। ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਇਹ ਖਾਲਸਾ ਪੰਥ ਹੈ ਨਾ ਜਿਹੜਾ, ਇਹ ਅਕਾਲ ਪੁਰਖ ਦਾ ਸਰੂਪ ਹੈ।
ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ। ਇਹਦੇ ਅੰਦਰ ਕੋਈ ਮਿਲਾਵਟ ਨਹੀਂ ਹੋ ਸਕਦੀ। ਇਹ ਸਾਬਤ ਸੂਰਤ ਹੀ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੈ। ਇਸੇ ਕਰਕੇ ਸਤਿਗੁਰਾਂ ਨੇ ਕਿਹਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ। ਇਸ ਪ੍ਰਕਾਰ ਸਤਿਗੁਰਾਂ ਨੇ ਬਚਨ ਕੀਤੇ ਕਿ ਇਹ ਖਾਲਸਾ ਪੰਥ ਜਿਹੜਾ ਅਸੀਂ ਸਾਜਿਆ ਹੈ, ਇਹਦੇ ਅੰਦਰ ਕੋਈ ਮਿਲਾਵਟ ਨਹੀਂ ਹੋ ਸਕਦੀ। ਰੱਤੀ ਜਿੰਨੀ ਵੀ ਮਿਲਾਵਟ ਨਹੀਂ ਇਹਦੇ ਅੰਦਰ। ਇਹ ਸ਼ੁੱਧ ਰੂਪ ਹੈ। ਖਾਲਸ ਦਾ ਅਰਥ ਹੁੰਦਾ ਸ਼ੁੱਧ, ਜਿਹਦੇ ਅੰਦਰ ਕੋਈ ਤਰੁੱਟੀ ਨਾ ਹੋਵੇ। ਜਦੋਂ ਸਤਿਗੁਰਾਂ ਨੇ ਜਵਾਬ ਦਿੱਤੇ, ਫਿਰ ਇਹਨਾਂ ਨੇ ਸਮੇਂ ਦਾ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ, ਉਹਨੂੰ ਚਿੱਠੀਆਂ ਲਿਖੀਆਂ। ਉਹਨੂੰ ਆਖਿਆ ਕਿ ਤੂੰ ਸਾਡੀ ਮਦਦ ਕਰ। ਜਿਸ ਦੇ ਪਿਤਾ ਨੂੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਤੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਅੰਦਰ ਸ਼ਹੀਦ ਕੀਤਾ, ਉਹਦੇ ਪੁੱਤਰ ਨੇ ਹੁਣ ਫੌਜਾਂ ਸਾਜ ਲਈਆਂ। ਉਹਦੇ ਪੁੱਤਰ ਨੇ ਹੁਣ ਸ਼ਸਤਰਧਾਰੀ ਯੋਧੇ ਇਕੱਠੇ ਕਰ ਲਏ ਆ, ਤੇ ਉਹਨੇ ਐਲਾਨ ਇਹ ਕੀਤਾ ਕਿ ਦਿੱਲੀ ਦੇ ਉੱਤੇ ਕਬਜ਼ਾ ਕਰੇਗਾ, ਤੇਰਾ ਰਾਜ ਭਾਗ ਖਤਮ ਕਰੇਗਾ। ਆਪਦੇ ਕੋਲੋਂ ਇਹਨਾਂ ਨੇ ਚਿੱਠੀਆਂ ਬਣਾ ਕੇ ਲਿਖ ਦਿੱਤੀਆਂ ਔਰੰਗਜ਼ੇਬ ਨੂੰ। ਉਸ ਸਮੇਂ ਫਿਰ ਔਰੰਗਜ਼ੇਬ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਹੜਾ ਵੈਰ ਸੀ ਉਹ ਬੰਨਿਆ। ਤੇ ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਆਪ ਬਚਨ ਲਿਖੇ ਹਨ, ਬਾਬੇ ਕੇ ਬਾਬਰ ਕੇ ਦੋਊ, ਆਪ ਕਰੇ ਪਰਮੇਸ਼ਰ ਜੋ। ਇੱਕ ਪਾਸੇ ਬਾਬੇ ਕੇ ਹੈ, ਦੂਸਰੇ ਪਾਸੇ ਬਾਬਰ ਕੇ ਹੈ। ਬਾਬਰ ਉਹ ਬਾਦਸ਼ਾਹ ਜਿਹਨੇ ਹਿੰਦੁਸਤਾਨ 'ਤੇ ਕਬਜ਼ਾ ਕੀਤਾ, ਜਿਸ ਨੂੰ ਰਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਜਦੋਂ ਇਸ ਨੇ ਬੇਨਤੀ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਮੇਰਾ ਪੁਸ਼ਤ ਦਰ ਪੁਸ਼ਤ ਰਾਜ ਹੋਵੇ, ਤਾਂ ਸਤਿਗੁਰਾਂ ਨੇ ਬਚਨ ਕੀਤਾ, ਰਾਜ ਤੇਰਾ ਹੋਏਗਾ, ਪੀੜ੍ਹੀਆਂ ਤੱਕ ਹੋਏਗਾ, ਪਰ ਜਿੰਨਾ ਚਿਰ ਨਿਆਂ ਕਰੇਗਾ ਉਨਾ ਚਿਰ ਤੇਰਾ ਰਾਜ ਹੈ। ਜਿੱਦਣ ਤੂੰ ਅਨਿਆਂ ਕੀਤਾ, ਕਿਸੇ ਗਰੀਬ ਨੂੰ ਮਜ਼ਲੂਮ ਨੂੰ ਤੰਗ ਕੀਤਾ, ਉਦਣ ਤੇਰਾ ਰਾਜ ਭਾਗ ਜਿਹੜਾ ਉਹ ਨਸ਼ਟ ਹੋ ਜਾਏਗਾ। ਇਸੇ ਪ੍ਰਕਾਰ ਫਿਰ ਇਹ ਬਾਬਰ ਦਾ ਪੁੱਤਰ ਹੁਮਾਯੂੰ ਹੋਇਆ, ਫਿਰ ਅੱਗੇ ਅਕਬਰ ਹੋਇਆ, ਫਿਰ ਜਹਾਂਗੀਰ, ਫਿਰ ਸ਼ਾਹਜਹਾਂ, ਫਿਰ ਇਹ ਔਰੰਗਜ਼ੇਬ, ਅਖੀਰਲਾ ਫਿਰ ਬਹਾਦਰ ਸ਼ਾਹ ਹੋਇਆ। ਫਿਰ ਇਹਨਾਂ ਨੇ ਸਮੇਂ ਦੇ ਨਾਲ ਹੁਮਾਯੂੰ ਵੀ ਗੁਰੂ ਘਰ ਦਾ ਸ਼ਰਧਾਲੂ ਰਿਹਾ, ਅਕਬਰ ਵੀ ਰਿਹਾ। ਫਿਰ ਜਹਾਂਗੀਰ ਨੇ ਆ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਵਿਰੋਧਤਾ ਕੀਤੀ। ਫਿਰ ਸ਼ਾਹਜਹਾਂ ਦੇ ਨਾਲ 6ਵੇਂ ਪਾਤਸ਼ਾਹ ਜੀ ਨੇ ਜੰਗ ਲੜੇ। ਫਿਰ ਇਹ ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕੀਤਾ। ਤਾਂ ਉਸ ਤੋਂ ਬਾਅਦ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਪੰਥ ਦੀ ਸਾਜਨਾ ਕੀਤੀ। ਤੇ ਸਤਿਗੁਰਾਂ ਨੇ ਬਚਨ ਕੀਤੇ ਸਨ ਕਿ ਸੰਸਾਰ ਦੇ ਅੰਦਰੋਂ ਅਸੀਂ ਜ਼ੁਲਮ ਨੂੰ ਨਾਸ ਕਰ ਦੇਣਾ। ਸੰਸਾਰ ਦੇ ਅੰਦਰ ਜਦੋਂ ਆਪਾਂ ਯੋਧਿਆਂ ਨੂੰ ਵੇਖਦੇ ਹਾਂ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਯੋਧਾ ਵੀ ਕੋਈ ਨਹੀਂ। ਜਿਵੇਂ ਕਿਸੇ ਵਿਦਵਾਨ ਸਵਾਮੀ ਤੁਲਸੀਦਾਸ ਨੇ ਬਚਨ ਲਿਖੇ ਹਨ ਕਿ ਜਨਨੀ ਜਨੈ ਤੋ ਭਗਤ ਜਨ ਕੈ ਦਾਤਾ ਕੈ ਸੂਰ, ਨਾਹਿ ਤੋ ਜਨਨੀ ਬਾਂਝ ਰਹਿ ਕਹਾਂ ਗਵਾਵੈ ਨੂਰ। ਕਿ ਮਾਤਾ ਨੇ ਜੇ ਜਨਮ ਦੇਣਾ ਕਿਸੇ ਸੂਰਮੇ ਨੂੰ, ਦਾਨੀ ਨੂੰ ਜਾਂ ਭਗਤ ਨੂੰ ਜਨਮ ਦੇਵੇ। ਭਾਵ ਕਿ ਮਾਤਾ ਦਾ ਜੀਵਨ ਐਸਾ ਹੋਣਾ ਚਾਹੀਦਾ, ਮਾਤਾ ਪਿਤਾ ਦਾ ਜੀਵਨ ਐਸਾ ਹੋਣਾ ਚਾਹੀਦਾ, ਸੇਵਾ ਸਿਮਰਨ ਬੰਦਗੀ ਵਾਲਾ ਹੋਣਾ ਚਾਹੀਦਾ ਕਿ ਉਹਨਾਂ ਦੇ ਘਰ ਦੇ ਅੰਦਰ ਭਗਤ, ਸੂਰਮਾ ਤੇ ਦਾਨੀ ਪੈਦਾ ਹੋਵੇ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਵੇਖੋ। ਜੇ ਭਗਤੀ ਵੇਖਣੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਤੇ ਉਹ ਵੀ ਸਭ ਤੋਂ ਉੱਤਮ ਹੈ। ਜੇ ਸਤਿਗੁਰਾਂ ਦਾ ਦਾਨ ਪੁਣਾ ਵੇਖਣਾ ਹੈ ਤੇ ਆਪਾਂ ਸਤਿਗੁਰਾਂ ਨੂੰ ਕਹਿੰਦੇ ਹਾਂ ਸਰਬੰਸ ਦਾਨੀ, ਸਰਬੰਸ ਦਾ ਦਾਨ ਕਰਨ ਵਾਲੇ। ਸੋਨਾ ਚਾਂਦੀ ਪੈਸੇ ਜ਼ਮੀਨਾਂ ਲੋਕ ਦਾਨ ਕਰਦੇ ਆਏ ਹੈ, ਵੱਡੇ ਵੱਡੇ ਰਾਜੇ ਕਰਦੇ ਆਏ ਹੈ, ਪਰ ਆਪਣੇ ਸਰਬੰਸ ਦਾ ਦਾਨ ਕਰ ਦੇਣਾ, ਆਪਣੇ ਪਰਿਵਾਰ ਦਾ ਹੀ ਦਾਨ ਦੇ ਦੇਣਾ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਿੱਸੇ ਆਇਆ।
ਇਸੇ ਪ੍ਰਕਾਰ ਫਿਰ ਜੇ ਸੂਰਮਤਾ ਹੀ ਵੇਖਣੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਤੇ ਸੂਰਮਤਾ ਹੀ ਐਸੀ ਹੈ, ਸਤਿਗੁਰਾਂ ਨੇ 14 ਜੰਗਾਂ ਲੜੀਆਂ ਤੇ ਸਾਰੀਆਂ ਦੀਆਂ ਸਾਰੀਆਂ ਜੰਗਾਂ ਸਤਿਗੁਰਾਂ ਨੇ ਜਿੱਤੀਆਂ, ਤੇ ਸਾਰੀਆਂ ਜੰਗਾਂ ਦੇ ਅੰਦਰ ਹੀ ਫੌਜਾਂ ਦੀ ਗਿਣਤੀ ਦੁੱਗਣੀ ਤਿੱਗਣੀ ਹੁੰਦੀ ਸੀ ਖਾਲਸੇ ਦੀ ਫੌਜ ਨਾਲੋਂ, ਪਰ ਫਿਰ ਵੀ ਸਤਿਗੁਰੂ ਦੀ ਜਿੱਤ ਹੁੰਦੀ ਰਹੀ। ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਅੰਦਰ ਕੁੱਲ ਉਮਰ ਸਤਿਗੁਰਾਂ ਦੀ 42 ਸਾਲ ਹੈ। 42 ਸਾਲਾਂ ਦੀ ਉਮਰ ਦੇ ਵਿੱਚ ਸਤਿਗੁਰਾਂ ਦਾ ਸਮੁੱਚਾ ਇਤਿਹਾਸ ਆਪਾਂ ਵੇਖਣਾ ਹੋਵੇ ਤੇ ਸਤਿਗੁਰਾਂ ਨੇ ਉਹ ਕੁਝ ਸੰਸਾਰ ਦੇ ਅੰਦਰ ਕਰਕੇ ਵਿਖਾ ਦਿੱਤਾ ਜਿਹੜੇ ਵੱਡੀਆਂ ਵੱਡੀਆਂ ਉਮਰਾਂ ਵਾਲੇ ਸਿੱਧ ਲੋਕ ਹਜ਼ਾਰ ਹਜ਼ਾਰ ਵਰ੍ਹੇ ਦੀ ਉਮਰ ਲਈ ਫਿਰਦੇ ਸੀ। ਸਿੱਧਾਂ ਜੋਗੀਆਂ ਦੀ ਉਮਰ ਹਜ਼ਾਰ ਹਜ਼ਾਰ ਵਰ੍ਹੇ ਦੀ, ਕਿਸੇ ਦੀ 500 ਵਰ੍ਹੇ ਦੀ, ਕਿਉਂਕਿ ਯੋਗ ਸਾਧਨਾ ਦੇ ਨਾਲ ਸਵਾਸ ਚੜ੍ਹਾ ਲੈਂਦੇ ਸੀ, ਬੈਠੇ ਰਹਿੰਦੇ ਸੀ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ, ਮ੍ਰਿਤ ਲੋਕ ਤੇ ਮੌਨ ਨਾ ਰਹਿਓ। ਸਤਿਗੁਰਾਂ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਬਚਨ ਕੀਤੇ ਕਿ ਅਸੀਂ ਇਸ ਮਾਤ ਲੋਕ ਦੇ ਉੱਤੇ ਚੁੱਪ ਹੋ ਕੇ ਨਹੀਂ ਰਹਿਣਾ। ਅਸੀਂ ਸਤਿਗੁਰੂ ਜੀ ਕਹਿੰਦੇ, ਜੇਤੇ ਵੱਡੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾ ਹੈ, ਐਸੋ ਨਾ ਪ੍ਰਪੰਚ ਮਨ ਭੂਲ ਜਾਨੀਅਤ ਹੈ। ਕਿ ਸਾਡੇ ਤੋਂ ਪਹਿਲਾਂ ਬੜੇ ਵੱਡੇ ਵੱਡੇ ਗਿਆਨੀ ਹੋਏ, ਪਰ ਉਹਨਾਂ ਨੇ ਲੋਕਾਂ ਨੂੰ ਅਸਲੀ ਜਿਹੜੀ ਗੱਲ ਸੀ ਉਹ ਦੱਸੀ ਨਹੀਂ। ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਐਸੋ ਨਾ ਪ੍ਰਪੰਚ ਮਨ ਭੂਲ ਜਾਨੀਅਤ ਹੈ, ਕਿ ਜਿਹੜੀ ਗੱਲ ਸਾਨੂੰ ਪਤਾ ਹੋਵੇ ਅਸੀਂ ਨਾ ਦੱਸੀਏ ਖਾਲਸੇ ਨੂੰ, ਇਹ ਹੋ ਨਹੀਂ ਸਕਦਾ। ਤੇ ਸਤਿਗੁਰਾਂ ਨੇ ਸਭ ਪਾਸਿਆਂ ਤੋਂ ਫਿਰ ਸਿੱਖਿਆ ਬਖਸ਼ਿਸ਼ ਕੀਤੀ। ਜੇ ਸਤਿਗੁਰਾਂ ਨੇ ਪਾਉਂਟਾ ਸਾਹਿਬ ਦੀ ਧਰਤੀ ਤੇ 52 ਕਵੀ ਰੱਖੇ, ਜੇ ਸਤਿਗੁਰਾਂ ਨੇ ਕਲਮ ਚੱਕੀ ਤੇ ਕਲਮ ਦੇ ਨਾਲ ਉਹ ਐਸੀ ਰਚਨਾ ਲਿਖ ਦਿੱਤੀ ਕਿ ਜਿਸ ਨੂੰ ਬੁਜ਼ਦਿਲ ਵੀ ਸੁਣ ਕੇ ਤੇ ਸੂਰਮੇ ਬਣ ਜਾਂਦੇ ਆ, ਬਹਾਦਰ ਬਣ ਜਾਂਦੇ ਆ। ਐਸੀ ਸਤਿਗੁਰਾਂ ਨੇ ਪਾਵਨ ਬਾਣੀ ਦੀ ਰਚਨਾ ਕੀਤੀ। ਤੇ ਵੱਡੇ ਵੱਡੇ ਕਵੀ ਜਿਹੜੇ ਹਨ, ਕਿਉਂਕਿ ਕਾਵ ਇੱਕ ਰਸ ਹੈ, ਕਾਵ ਦੇ 9 ਰਸ ਮੰਨੇ ਆ ਵਿਦਵਾਨਾਂ ਨੇ। ਸ਼ਿੰਗਾਰ ਰਸ ਹੈ, ਇਸੇ ਪ੍ਰਕਾਰ ਕਰੁਣਾ ਰਸ ਹੈ, ਵੀਰ ਰਸ ਹੈ। ਕਿ ਵੀਰ ਰਸ ਦੀ ਬਾਣੀ ਜਿਹੜੀ ਹੈ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਚਾਰਨ ਕੀਤੀ। ਤੇ ਭਗਤੀ ਵੀ ਅਕਾਲ ਪੁਰਖ ਪਰਮੇਸ਼ਰ ਦੀ ਕੀਤੀ। ਜਾਪ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਤੇ ਜਾਪ ਸਾਹਿਬ ਦੇ ਅੰਦਰ ਨਮਸਕਾਰਾਂ ਕੀਤੀਆਂ ਅਕਾਲ ਪੁਰਖ ਪਰਮੇਸ਼ਰ ਨੂੰ। ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਹੈ ਭਗਤੀ ਪਰਮੇਸ਼ਰ ਦੀ, ਪਰ ਰਸ ਜਿਹੜਾ ਇਹਦਾ ਵੀਰ ਰਸੀ ਹੈ। ਜਦੋਂ ਆਪਾਂ ਜਾਪ ਸਾਹਿਬ ਦਾ ਪਾਠ ਪੜ੍ਹ ਲੈਂਦੇ ਹਾਂ ਤੇ ਮਨ ਦੇ ਅੰਦਰ ਇੱਕ ਅਨੋਖੀ ਸਪਿਰਿਟ ਆ ਜਾਂਦੀ ਹੈ, ਸ਼ਕਤੀ ਆ ਜਾਂਦੀ ਹੈ, ਮਨ ਦੇ ਅੰਦਰ ਇੱਕ ਅਨੋਖਾ ਹੀ ਖੇੜਾ ਆ ਜਾਂਦਾ। ਭਗਤੀ ਪਰਮੇਸ਼ਰ ਦੀ ਹੈ, ਰਸ ਵੀਰ ਰਸੀ ਹੈ। ਇਸੇ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਇਸੇ ਪ੍ਰਕਾਰ ਫਿਰ ਸਤਿਗੁਰਾਂ ਨੇ 24 ਅਵਤਾਰਾਂ ਦੀ ਕਥਾ ਲਿਖੀ। ਕਈ ਵਾਰ ਜਦੋਂ ਦਸਮ ਦੀ ਗੱਲ ਚੱਲਦੀ ਹੈ ਤੇ ਸਾਨੂੰ ਬੜੇ ਵਹਿਮ ਭਰਮ ਜਿਹੇ ਪੈ ਜਾਂਦੇ ਆ, ਪਰ ਸਤਿਗੁਰਾਂ ਨੇ ਜਿਹੜੀਆਂ ਗੱਲਾਂ ਸਾਨੂੰ ਸਮਝਾਈਆਂ ਉਹ ਸਮਝਾਉਣ ਦੇ ਪਿੱਛੇ ਕਾਰਨ ਕੀ ਸੀ। ਜੇ ਸਤਿਗੁਰਾਂ ਨੇ ਰਾਮਚੰਦਰ ਦੀ ਕਥਾ ਲਿਖੀ ਹੈ, ਜੇ ਭਗਵਾਨ ਕ੍ਰਿਸ਼ਨ ਦੀ ਕਥਾ ਲਿਖੀ ਹੈ, ਤੇ ਉਹਦੇ ਪਿੱਛੇ ਸਤਿਗੁਰਾਂ ਦਾ ਮਨੋਰਥ ਕੀ ਸੀ ਉਹ ਨਹੀਂ ਅਸੀਂ ਸਮਝਿਆ। ਕਿਉਂਕਿ ਸਮੇਂ ਦੇ ਲੋਕਾਂ ਨੇ ਭਗਵਾਨ ਰਾਮਚੰਦਰ ਜੀ ਨੂੰ ਰੱਬ ਮੰਨ ਲਿਆ, ਕ੍ਰਿਸ਼ਨ ਜੀ ਨੂੰ ਰੱਬ ਮੰਨ ਲਿਆ। ਪਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਕੁਝ ਲਿਖ ਕੇ ਕਲਮ ਦੁਆਰਾ ਇਹਨਾਂ ਦਾ ਜੀਵਨ ਲਿਖ ਕੇ ਸਾਨੂੰ ਸਿੱਖਿਆ ਬਖਸ਼ਿਸ਼ ਕੀਤੀ ਕਿ ਰੱਬ ਤੇ ਕੋਈ ਹੋਰ ਹੈ। ਪਰਮਾਤਮਾ ਤੇ ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਹੈ, ਜਿਹਦੇ ਵਰਗਾ ਕੋਈ ਨਹੀਂ, ਉਹ ਇੱਕੋ ਹੀ ਹੈ। ਇਹ ਸਿਧਾਂਤ ਸਾਨੂੰ ਦ੍ਰਿੜ ਕਰਵਾਉਣ ਵਾਸਤੇ ਕਿ ਮਤਾ ਕੋਈ ਵਹਿਮਾਂ ਭਰਮਾਂ ਭੁਲੇਖਿਆਂ ਦੇ ਵਿੱਚ ਪੈ ਜਾਏ ਕਿ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਹ ਕਰਤਾ ਹੈ, ਉਹਦੇ ਤੋਂ ਬਿਨਾਂ ਬਾਕੀ ਜਿੰਨੀ ਹੈ ਉਹਦੀ ਕਿਰਤ ਹੈ।
ਬਿਨ ਕਰਤਾਰ ਨ ਕਿਰਤਮ ਮਾਨੋ, ਆਦ ਅਜੋਨ ਅਜੈ ਅਬਨਾਸੀ ਤਿਹ ਪਰਮੇਸ਼ਰ ਜਾਨੋ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਅਸੀਂ ਉਸ ਨੂੰ ਰੱਬ ਮੰਨਦੇ ਹਾਂ ਜਿਹੜਾ ਸਭ ਦੀ ਆਦ ਹੈ, ਜਿਹੜਾ ਸਭ ਦਾ ਮੁੱਢ ਹੈ, ਜਿਹੜਾ ਅਜੋਨ, ਫਿਰ ਜਿਹੜਾ ਜੂਨਾਂ 'ਚ ਨਹੀਂ ਆਉਂਦਾ, ਜਿਹਦਾ ਜਨਮ ਨਹੀਂ ਹੁੰਦਾ ਮਾਤਾ ਪਿਤਾ ਰਾਹੀਂ। ਆਦ ਅਜੋਨ ਅਜੈ, ਜਿਸ ਨੂੰ ਕੋਈ ਜਿੱਤ ਨਹੀਂ ਸਕਦਾ। ਅਬਨਾਸੀ, ਜਿਹਦਾ ਕਦੇ ਨਾਸ ਨਹੀਂ ਹੁੰਦਾ। ਸਰੀਰਾਂ ਦੇ ਨਾਸ ਤੇ ਹੁੰਦਾ ਹੀ ਹੈ ਸਮਾਂ ਪਾ ਕੇ, ਪੀਰਾਂ ਫਕੀਰਾਂ ਅਵਤਾਰਾਂ ਦੇ ਵੀ ਹੁੰਦੇ ਆ, ਫਿਰ ਰੱਬ ਤੇ ਉਹ ਹੈ ਜਿਹਦਾ ਨਾਸ ਨਹੀਂ ਹੁੰਦਾ। ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਲਮ ਨੂੰ ਹੱਥ ਪਾਇਆ ਤੇ ਸਤਿਗੁਰਾਂ ਨੇ ਐਸੀ ਰਚਨਾ ਕੀਤੀ ਹੈ ਕਿ ਸਭ ਵਹਿਮ ਭਰਮ ਪਖੰਡ ਜਿਹੜੇ ਸਤਿਗੁਰਾਂ ਨੇ ਦੂਰ ਕਰ ਦਿੱਤੇ। ਇੱਕੋ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਭਜੋ ਸੋ ਏਕ ਨਾਮਯੰ ਨ ਔਰ ਕਾਮ ਠਾਮਯੰ। ਸਤਿਗੁਰੂ ਜੀ ਕਹਿੰਦੇ ਅਸੀਂ ਕੇਵਲ ਤੇ ਕੇਵਲ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਨੀ ਹੈ। ਇਸੇ ਪ੍ਰਕਾਰ ਫਿਰ ਜਦੋਂ ਸਤਿਗੁਰਾਂ ਨੇ ਤਲਵਾਰ ਨੂੰ ਹੱਥ ਪਾਇਆ, ਕਿਉਂਕਿ ਦੋ ਸ਼ਕਤੀਆਂ ਹਨ, ਇੱਕ ਕਲਮ ਹੈ, ਦੂਜੀ ਤਲਵਾਰ ਹੈ। ਜਿਹੜੀ ਕਲਮ ਦੀ ਸ਼ਕਤੀ ਹੈ, ਉਹ ਕਲਮ ਦੁਆਰਾ ਜਦੋਂ ਕੋਈ ਚੀਜ਼ ਲਿਖੀ ਜਾਂਦੀ ਹੈ ਉਹ ਲੋਕਾਂ ਦੇ ਦਿਲ ਤੱਕ ਪਹੁੰਚਦੀ ਹੈ, ਪੜ੍ਹ ਕੇ ਅੱਗੇ ਤੋਂ ਅੱਗੇ। ਜਿਹੜੀ ਤਲਵਾਰ ਹੈ ਇਹ ਰਾਖੀ ਕਰਦੀ ਹੈ, ਇਹ ਜ਼ੁਲਮ ਤੋਂ ਬਚਾਉਂਦੀ ਹੈ। ਤੇ ਉਸ ਸਮੇਂ ਇਹ ਦੋਵੇਂ ਹੀ ਸ਼ਕਤੀਆਂ ਜਿਹੜੀਆਂ ਸਾਨੂੰ ਗਲਤ ਦਿਸ਼ਾ ਵੱਲ ਸਨ। ਜਿਹੜੀ ਕਲਮ ਸੀ ਉਹ ਵੀ ਵਿਕਾਊ ਸੀ, ਉਹ ਵੀ ਮਾਇਆ ਲੈ ਕੇ, ਵੱਢੀ ਲੈ ਕੇ ਜੋ ਕੁਝ ਕਹਿੰਦੇ ਉਵੇਂ ਲਿਖਦੀ ਸੀ। ਜਿਹੜੀ ਤਲਵਾਰ ਸੀ ਉਹ ਵੀ ਜ਼ੁਲਮ ਦੇ ਰਾਹ ਤੇ ਚੱਲਦੀ ਸੀ, ਲੁੱਟਣ ਵਾਸਤੇ, ਕਿਸੇ ਨੂੰ ਤੰਗ ਕਰਨ ਵਾਸਤੇ, ਕਿਸੇ ਦਾ ਰਾਜ ਭਾਗ ਖੋਹਣ ਵਾਸਤੇ ਤਲਵਾਰ ਵਰਤੀ ਜਾਂਦੀ ਸੀ। ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੋਹੇਂ ਹੀ ਸ਼ਕਤੀਆਂ ਨੂੰ ਸਹੀ ਦਿਸ਼ਾ ਦਿੱਤੀ। ਤੇ ਤਲਵਾਰ ਵੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਕਿ ਤਲਵਾਰ ਵੀ ਉਦੋਂ ਜਿਹੜੀ ਹੈ ਉਹ ਜਾਇਜ਼ ਹੈ ਜਦੋਂ ਸਭ ਹੀਲੇ ਵਸੀਲੇ ਮੁੱਕ ਜਾਂਦੇ। ਇਸੇ ਪ੍ਰਕਾਰ ਤਲਵਾਰ ਨੂੰ ਸਤਿਗੁਰਾਂ ਨੇ ਕਰਾਮਾਤ ਵੀ ਦੱਸਿਆ ਕਿ ਸਭ ਤੋਂ ਵੱਡੀ ਕਰਾਮਾਤ ਤਲਵਾਰ ਹੈ। ਸ਼ਸਤਰ ਜਿਹੜੇ ਹਨ ਇਹ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਦਾ ਪ੍ਰਤੀਕ ਹਨ। ਇਸੇ ਕਰਕੇ ਸਤਿਗੁਰਾਂ ਨੇ ਸਾਨੂੰ ਆਖਿਆ ਵੀ ਸ਼ਸਤਰਧਾਰੀ ਹੋ ਕੇ ਰਹਿਣਾ। ਤੇ ਨਾਲ ਹੀ ਸਤਿਗੁਰਾਂ ਨੇ ਬਚਨ ਕੀਤੇ, ਬਿਨਾ ਸ਼ਸਤਰ ਕੇ ਸੰਗ ਨਾ ਦੇਵੋਂ ਦਿਦਾਰੇ, ਜਬ ਹਮਰੇ ਦਰਸ਼ਨ ਕੋ ਆਵਹੁ, ਬਨ ਸੁਚੇਤ ਤਨ ਸ਼ਸਤਰ ਸਜਾਵਹੁ। ਕਿ ਖਾਲਸਾ ਜਿਹੜਾ ਸਿੰਘ, ਜਿਹੜਾ ਸਿੱਖ, ਜਿਹੜਾ ਸ਼ਸਤਰ ਤੋਂ ਹੀਣਾ ਨਹੀਂ ਹੋਣਾ ਚਾਹੀਦਾ। ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਾਨ ਪਰਉਪਕਾਰ ਸਾਡੇ ਉੱਤੇ ਉਹਨਾਂ ਨੇ ਕੀਤੇ ਹਨ, ਜਿਨ੍ਹਾਂ ਨੂੰ ਆਪਾਂ ਅੱਜ ਚੇਤੇ ਕਰ ਰਹੇ ਹਾਂ। ਸਤਿਗੁਰਾਂ ਦੇ ਉਹਨਾਂ ਬਖਸ਼ਿਸ਼ਾਂ ਨੂੰ, ਉਹਨਾਂ ਪਰਉਪਕਾਰਾਂ ਨੂੰ ਅਸੀਂ ਆਪਾਂ ਅੱਜ ਮਾਣ ਰਹੇ ਹਾਂ। ਇਹ ਸਭ ਬਖਸ਼ਿਸ਼ਾਂ, ਸਭ ਪਰਉਪਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਨ। ਸਤਿਗੁਰਾਂ ਦੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਾ ਇਹ ਨਤੀਜਾ ਹੈ ਕਿ ਜਿਹੜਾ ਸਾਨੂੰ ਅੱਜ ਸੁੱਖ ਮਿਲ ਰਿਹਾ। ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਤੇ ਜੀਵਨ ਕੌਤਕਾਂ ਤੇ ਆਪਾਂ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਆਓ ਹੁਣ ਕੁਝ ਸਮੇਂ ਵਾਸਤੇ ਆਪਾਂ ਗੁਰਬਾਣੀ ਦੇ ਇੱਕ ਸ਼ਬਦ ਦੀ ਵਿਚਾਰ ਨੂੰ ਸਾਂਝਿਆਂ ਕਰੀਏ, ਕਿਉਂਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਸ਼ਬਦ ਦੀ ਵਿਚਾਰ ਸਭ ਤੋਂ ਉੱਤਮ ਦਿੱਤੀ ਹੈ। ਸਭ ਸੈ ਉੱਪਰ ਗੁਰ ਸ਼ਬਦ ਵਿਚਾਰ। ਗੁਰੂ ਕੀ ਪਾਵਨ ਬਾਣੀ ਦੇ ਸ਼ਬਦ ਦੀ ਵਿਚਾਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਹੈ। ਦਮਦਮਾ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਜੰਗਾਂ ਯੁੱਧਾਂ ਸਮਾਪਤ ਹੋ ਗਈਆਂ, ਇੱਥੇ ਫਿਰ ਸਤਿਗੁਰਾਂ ਨੇ ਪਾਵਨ ਬਾਣੀ ਕੰਠੋਂ ਉਚਾਰਨ ਕੀਤੀ। ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਭਾਈ ਮਣੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਲਿਖਾਰੀ ਲੱਗੇ। ਪਾਵਨ ਬਾਣੀ ਨੂੰ ਲਿਖਿਆ ਗਿਆ। ਇਤਿਹਾਸ ਦੇ ਅੰਦਰ ਬਚਨ ਹਨ, ਅਬ ਦਰਬਾਰ ਦਮਦਮਾ ਹੈ ਜਹਾਂ, ਤੰਬੂ ਲਗਵਾਏ ਕੈ ਗੁਰ ਤਹਾਂ, ਮਣੀ ਸਿੰਘ ਕੋ ਲਿਖਣ ਬਠੈ ਕੈ, ਗੁਰ ਨਾਨਕ ਕੋ ਧਿਆਨ ਧਰੈ ਕੈ, ਨਿਤ ਪ੍ਰਤ ਗੁਰੂ ਉਚਾਰੀ ਜੈਸੇ, ਬਾਣੀ ਲਿਖੀ ਮਣੀ ਸਿੰਘ ਤੈਸੇ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾਵਨ ਬਾਣੀ ਜਿੱਥੇ ਲਿਖਵਾਈ, ਉੱਥੇ ਫਿਰ ਸਤਿਗੁਰਾਂ ਨੇ ਜੋ ਖਾਲਸੇ ਦੇ ਨਾਲ ਬਚਨ ਕੀਤਾ ਸੀ, ਅਨੰਦਪੁਰ ਸਾਹਿਬ ਦੀ ਧਰਤੀ ਤੇ
ਜਦੋਂ ਅਨੰਦਪੁਰ ਸਾਹਿਬ ਦੇ ਅੰਦਰ ਇੱਕ ਸਿੱਖ ਬਾਣੀ ਪੜ੍ਹ ਰਿਹਾ ਸੀ ਕਿ ਕਰਤੇ ਕੀ ਮਿਤ ਕਰਤਾ ਜਾਣੈ, ਕੇ ਜਾਣੈ ਗੁਰਸੂਰਾ। ਕੈ ਦੀ ਥਾਂ ਤੇ ਕੇ ਪੜ੍ਹ ਰਿਹਾ ਸੀ ਤੇ ਸਤਿਗੁਰਾਂ ਨੇ ਤਾੜਨਾ ਕੀਤੀ ਸੀ ਕਿ ਸਿੱਖ ਬਾਣੀ ਗਲਤ ਪੜ੍ਹ ਰਿਹਾ। ਇਹ ਸਾਡੇ ਅੰਗ ਹਨ ਪਾਵਨ ਗੁਰਬਾਣੀ, ਤੇ ਸਾਡੇ ਅੰਗਾਂ ਨੂੰ ਇਹ ਭੰਨ ਰਿਹਾ। ਇਹ ਗੁਰਬਾਣੀ ਦਾ ਅਦਬ ਭੈ ਸਤਿਕਾਰ ਸਾਨੂੰ ਸਤਿਗੁਰਾਂ ਨੇ ਆਪਣੇ ਜੀਵਨ ਦੇ ਅੰਦਰ ਕਰਕੇ ਵਿਖਾਇਆ। ਤੇ ਨਾਲ ਹੀ ਸਤਿਗੁਰਾਂ ਨੇ ਸਾਨੂੰ ਬਚਨ ਕੀਤੇ ਹੈ, ਸਿੱਖੋ ਸੁਣੋ ਸੀਖ ਇਹ ਮੇਰੀ, ਬਾਣੀ ਪੜ੍ਹੋ ਸੁਧ ਗੁਰ ਕੇਰੀ, ਪੜ੍ਹੈ ਮਹਾਤਮ ਲਹੈ ਵਿਸਾਲ, ਹਲਤ ਪਲਤ ਮੈਂ ਹੋਏ ਨਿਹਾਲ। ਸਤਿਗੁਰੂ ਜੀ ਕਹਿਣ ਲੱਗੇ ਸਿੱਖੋ ਬਾਣੀ ਸ਼ੁੱਧ ਪੜ੍ਹੋ, ਲੋਕ ਤੇ ਪ੍ਰਲੋਕ ਤੁਹਾਡੇ ਸੁਖੀ ਹੋ ਜਾਣਗੇ। ਫਿਰ ਸਿੱਖਾਂ ਨੇ ਉੱਥੇ ਬੇਨਤੀ ਕੀਤੀ, ਮਹਾਰਾਜ ਸਾਨੂੰ ਤੇ ਫਿਰ ਸੂਝ ਨਹੀਂ ਬਾਣੀ ਦੀ, ਤੁਸੀਂ ਕਿਰਪਾ ਕਰੋ। ਤਾਂ ਉਦੋਂ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਹੁਣ ਸਮਾਂ ਨਹੀਂ ਹੈ, ਹੁਣ ਜੰਗਾਂ ਯੁੱਧਾਂ ਦਾ ਸਮਾਂ ਚੱਲ ਰਿਹਾ। ਜਦੋਂ ਸਮਾਂ ਬਣੇਗਾ ਉਦੋਂ ਇਹ ਵੀ ਦਾਤ ਖਾਲਸੇ ਦੀ ਝੋਲੀ ਪਾਈ ਜਾਏਗੀ। ਫਿਰ ਇੱਥੇ ਦਮਦਮਾ ਸਾਹਿਬ ਦੀ ਧਰਤੀ 'ਤੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਬਾਣੀ ਲਿਖਵਾਈ, ਉੱਥੇ ਫਿਰ ਸਤਿਗੁਰੂ ਜੀ ਨਾਲ ਨਾਲ ਜਿੰਨੀ ਬਾਣੀ ਲਿਖੀ ਜਾਂਦੀ ਸੀ ਉਹਦੀ ਕਥਾ, ਉਹਦੇ ਅਰਥ ਜਿਹੜੇ ਹੈ, ਉਹਦੇ 'ਚ ਜੋ ਉਪਦੇਸ਼ ਹੈ ਅਕਾਲ ਪੁਰਖ ਪਰਮੇਸ਼ਰ ਦਾ, ਉਹ ਸਤਿਗੁਰੂ ਜੀ ਸੰਗਤਾਂ ਨੂੰ ਸੁਣਾਉਂਦੇ ਸਨ। ਇੱਥੋਂ ਹੀ ਫਿਰ ਟਕਸਾਲਾਂ ਦੀ ਆਰੰਭਤਾ ਸਤਿਗੁਰਾਂ ਨੇ ਕੀਤੀ, ਜੋ ਅੱਗੇ ਤੋਂ ਅੱਗੇ ਅਰਥ ਚੱਲੇ। ਇਸ ਪ੍ਰਕਾਰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਜਿਹੜੀ ਨਿਰੋਲ ਕਥਾ ਵਿਚਾਰ ਹੈ ਉਹ ਆਪਾਂ ਨੂੰ ਸਰਵਣ ਕਰਨੀ ਚਾਹੀਦੀ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ। ਆਓ ਆਪਾਂ ਇੱਕ ਸ਼ਬਦ ਦੀ, ਜਿਸ ਦਾ ਪਾਠ ਆਪਾਂ ਪਹਿਲਾਂ ਸਰਵਣ ਕੀਤਾ, ਉਸ ਪਾਵਨ ਸ਼ਬਦ ਦੀ ਵਿਚਾਰ ਨੂੰ ਆਪਾਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਾਰੀ ਸੰਗਤ ਪ੍ਰੇਮ ਦੇ ਨਾਲ ਇੱਕ ਵਾਰੀ ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਧਨਾਸਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਚਨ ਕਰਦੇ ਹਨ ਕਿ ਸੰਸਾਰ ਦੇ ਅੰਦਰ ਹਰ ਇੱਕ ਮਨੁੱਖ ਦੀਆਂ ਇੱਛਾਵਾਂ ਹੁੰਦੀਆਂ ਹਨ। ਹਰੇਕ ਮਨੁੱਖ ਦੇ ਅੰਦਰ ਤਿੰਨ ਤਰ੍ਹਾਂ ਦੀ ਇੱਛਾ ਹੁੰਦੀ ਹੈ, ਜਿਹਨੂੰ ਵਿਦਵਾਨਾਂ ਨੇ ਲਿਖਿਆ ਸੁੱਤ ਬਿੱਤ ਲੋਕ ਈਖਣਾ ਤੀਨੀ। ਸਭ ਤੋਂ ਪਹਿਲਾਂ ਮਨੁੱਖ ਦੇ ਅੰਦਰ ਇਹ ਚਾਹਨਾ ਹੁੰਦੀ ਹੈ, ਇਹ ਇੱਛਾ ਹੁੰਦੀ ਹੈ ਕਿ ਉਹਦੇ ਕੋਲੇ ਮਾਇਆ ਹੋਵੇ, ਬਿੱਤ ਹੋਵੇ, ਚੰਗੀ ਮਾਇਆ ਉਹਦੇ ਕੋਲ ਹੋਵੇ। ਦੂਸਰਾ ਉਹਦੇ ਅੰਦਰ ਇੱਛਾ ਹੁੰਦੀ ਹੈ ਫਿਰ ਉਸ ਮਾਇਆ ਨੂੰ ਸਾਂਭਣ ਵਾਸਤੇ ਉਹਦੇ ਘਰ ਦੇ ਅੰਦਰ ਕੋਈ ਚੰਗੀ ਸੰਤਾਨ ਹੋਵੇ। ਫਿਰ ਤੀਸਰੇ ਨੰਬਰ 'ਤੇ ਲੋਕਾਂ ਦੇ ਅੰਦਰ ਉਹਦੀ ਵਡਿਆਈ ਤੇ ਜਸ ਹੋਵੇ। ਪਰ ਸਤਿਗੁਰੂ ਜੀ ਕਹਿੰਦੇ ਇਹ ਸੰਸਾਰੀ ਜਿੱਥੇ ਸੁੱਖ ਹਨ, ਸੰਸਾਰੀ ਵਡਿਆਈਆਂ ਹਨ, ਪਰ ਜੇ ਕੋਈ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਲੜ ਲੱਗਦਾ, ਉਹਦੀ ਭਗਤੀ ਸੇਵਾ ਸਿਮਰਨ ਕਰਦਾ ਹੈ, ਤਾਂ ਸਤਿਗੁਰੂ ਜੀ ਕਹਿੰਦੇ ਲੋਕ ਤੇ ਪ੍ਰਲੋਕ ਦੇ ਸੁੱਖ ਜਿਹੜੇ ਆ ਉਹ ਉਹਨੂੰ ਪ੍ਰਾਪਤ ਹੋ ਜਾਂਦੇ ਆ। ਸਤਿਗੁਰੂ ਜੀ ਬਚਨ ਕਰਦੇ ਹਨ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਕਿ ਇੱਛਾਵਾਂ ਦੀ ਜਿਹੜੀ ਪੂਰਤੀ ਹੈ ਉਹਨੂੰ ਪੂਰਿਆਂ ਕਰਨ ਵਾਲਾ ਉਹ ਪਰਮੇਸ਼ਰ ਵਾਹਿਗੁਰੂ ਇੱਛਾ ਪੂਰਕ ਹੈ। ਸਰਬ ਸੁਖ ਦਾਤਾ, ਸਾਰੇ ਤਰ੍ਹਾਂ ਦੇ ਜਿਹੜੇ ਸੁੱਖ ਹਨ ਉਹਨਾਂ ਨੂੰ ਦਾਤਾ ਕਹੀਏ, ਦੇਣ ਵਾਲਾ। ਸਰਬ ਸੁੱਖਾਂ ਕਾ ਦਾਤਾ ਉਹ ਪਰਮੇਸ਼ਰ ਵਾਹਿਗੁਰੂ ਹੈ। ਜਾ ਕੇ ਵਸ ਹੈ ਕਾਮ ਧੇਨਾ। ਕਾਮ ਧੇਨ ਗਊ ਮੰਨੀ ਹੈ ਹਿੰਦੂ ਮਤ ਦੇ ਅੰਦਰ, ਕਿ ਜਿਹੜੀ ਵੀ ਕਾਮਨਾ ਕਰੀ ਉਹ ਪੂਰੀਆਂ ਕਰ ਦਿੰਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਹੀ ਕਾਮ ਧੇਨ ਗਊ ਹੈ।
ਜਿਨੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕੀਤੀ ਹੈ, ਪ੍ਰਭੂ ਦੇ ਨਾਮ ਨੂੰ ਜਪਿਆ ਹੈ, ਉਸੇ ਨਾਮ ਦੇ ਵਿੱਚੋਂ ਹੀ ਉਹਨੂੰ ਸਾਰੇ ਸੁੱਖ, ਸਾਰੀਆਂ ਇੱਛਾਵਾਂ ਜਿਹੜੀਆਂ ਉਹ ਪਰਮੇਸ਼ਰ ਵਾਹਿਗੁਰੂ ਪੂਰੀਆਂ ਕਰ ਦਿੰਦਾ ਹੈ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾ ਸਰਬ ਸੁਖ ਪਾਵਹਿ ਮੇਰੇ ਮਨਾ। ਸਤਿਗੁਰੂ ਜੀ ਕਹਿੰਦੇ ਇੱਛਾ ਤੇ ਸਭ ਦੀ ਹੈ ਕਿ ਸੁੱਖ ਮਿਲੇ, ਸਾਨੂੰ ਪਰਮੇਸ਼ਰ ਦਾ ਨਾਮ ਮਿਲੇ, ਸਾਨੂੰ ਪਰਮੇਸ਼ਰ ਦੇ ਗੁਣ ਜਿਹੜੇ ਉਹ ਪ੍ਰਾਪਤ ਹੋਣ, ਅਸੀਂ ਵੀ ਪਰਮੇਸ਼ਰ ਦੇ ਨਾਲ ਮਿਲ ਸਕੀਏ। ਤਾਂ ਸਤਿਗੁਰੂ ਜੀ ਕਹਿੰਦੇ ਉਹਦੇ ਵਾਸਤੇ ਤਰੀਕਾ ਇਹ ਹੈ, ਕੰਮ ਇਹ ਕਰਨਾ ਪੈਣਾ। ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਹੇ ਮੇਰੇ ਪਿਆਰੇ ਜੀਵ, ਉਹ ਐਸੇ ਹਰੀ ਪਰਮੇਸ਼ਰ ਨੂੰ ਧਿਆਉਣਾ ਕਰ। ਧਿਆਉਣਾ ਕੀ ਹੈ? ਗੁਰਬਾਣੀ ਦੇ ਅੰਦਰ ਵੱਖੋ ਵੱਖ ਰੂਪਾਂ ਦੇ ਅੰਦਰ ਇਹ ਅਵਸਥਾਵਾਂ ਦਾ ਜ਼ਿਕਰ ਆਉਂਦਾ ਹੈ। ਜਪਣਾ, ਧਿਆਉਣਾ, ਆਰਾਧਨਾ, ਸਿਮਰਨ ਕਰਨਾ। ਇਹ ਜਿਵੇਂ ਜਿਵੇਂ ਕੋਈ ਨਾਮ ਬਾਣੀ ਦਾ ਅਭਿਆਸ ਕਰਦਾ ਜਾਂਦਾ ਹੈ, ਉਸੇ ਪ੍ਰਕਾਰ ਇਹ ਧਿਆਉਣ ਦੀ ਅਵਸਥਾ ਆ ਜਾਂਦੀ ਹੈ। ਜਪਣਾ ਮੁਖ ਦੁਆਰਾ, ਰਸਨਾ ਦੁਆਰਾ, ਉੱਚੀ ਸੁਰ ਦੇ ਅੰਦਰ ਜਪਣਾ ਹੈ। ਇਸੇ ਪ੍ਰਕਾਰ ਫਿਰ ਆਰਾਧਨਾ ਹੈ, ਫਿਰ ਅੱਗੇ ਧਿਆਉਣਾ ਹੈ। ਧਿਆਈ ਜਾਣਾ ਭਾਵ ਕਿ ਚੇਤੇ ਦੇ ਅੰਦਰ ਚਿਤਵਣੀ ਕਰੀ ਜਾਣੀ। ਜੇ ਕੋਈ ਆਪਣੇ ਸਵਾਸ ਗ੍ਰਾਸ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਧਿਆਉਂਦਾ ਹੈ, ਤਾਂ ਸਤਿਗੁਰੂ ਜੀ ਕਹਿੰਦੇ ਹਨ, ਸਰਬ ਸੁਖ ਪਾਵਹਿ ਮੇਰੇ ਮਨਾ। ਸਤਿਗੁਰੂ ਜੀ ਕਹਿੰਦੇ, ਹੇ ਮੇਰੇ ਮਨ, ਜੇ ਤੂੰ ਇੱਦਾਂ ਪਰਮੇਸ਼ਰ ਨੂੰ ਧਿਆਉਣਾ ਹੈ ਤਾਂ ਸਾਰੇ ਸੁੱਖ ਜਿਹੜੇ ਹੈ ਉਹ ਤੈਨੂੰ ਪ੍ਰਾਪਤ ਹੋ ਜਾਂਦੇ ਆ। ਜਪ ਮਨ ਸਤ ਨਾਮ, ਸਦਾ ਸਤ ਨਾਮ। ਸਤਿਗੁਰੂ ਜੀ ਕਹਿੰਦੇ ਫਿਰ ਧਿਆਉਣਾ ਕਿਸ ਨੂੰ ਹੈ? ਪਰਮੇਸ਼ਰ ਦੇ ਨਾਮ ਨੂੰ। ਪਰਮਾਤਮਾ ਦੇ ਨਾਮ ਬੇਅੰਤ ਹਨ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਅੰਦਰ ਬੇਅੰਤ ਨਾਵਾਂ ਦਾ ਜ਼ਿਕਰ ਆਉਂਦਾ ਹੈ। ਕਿਰਪਾਲੂ, ਦਿਆਲੂ, ਰਹੀਮ, ਕਰੀਮ, ਅੱਲਾ, ਰਾਮ, ਮੁਰਾਰੀ, ਗੋਵਰਧਨ ਧਾਰੀ, ਬੜੇ ਨਾਮ ਹਨ ਪਰਮੇਸ਼ਰ ਦੇ। ਪਰ ਸਤਿਗੁਰੂ ਜੀ ਕਹਿੰਦੇ ਹਨ ਕਿ ਜੋ ਸਾਨੂੰ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਨਾਮ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਇਸ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ। ਸਿੱਖ ਪੰਥ ਦੇ ਮਹਾਨ ਵਿਦਵਾਨ ਜਿਨ੍ਹਾਂ ਨੇ ਗੁਰੂ ਘਰ ਦਾ, ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ, ਮਹਾਕਵੀ ਭਾਈ ਸੰਤੋਖ ਸਿੰਘ ਜੀ ਚੂੜਾਮਣੀ, ਉਹਨਾਂ ਨੇ ਵਾਹਿਗੁਰੂ ਸ਼ਬਦ ਦੇ ਅਰਥ ਕੀਤੇ ਹਨ ਤੇ ਉਹਨਾਂ ਨੇ ਬਚਨ ਲਿਖੇ ਹਨ। ਵਾਹੇ ਨਾਮ ਅਚਰਜ ਕੋ ਹੋਈ, ਜਾਤੇ ਪਰੈ ਉਕਤ ਨਹੀਂ ਕੋਈ। ਗੋ ਤਮ ਰੂਪ ਅਨਾਤਮ ਨਿਤ, ਰੂਪ ਪ੍ਰਕਾਸ਼ ਕੀਓ ਜਨ ਚਿੱਤ। ਕਹਿੰਦੇ ਵਾਹੇ ਨਾਮ ਹੁੰਦਾ ਅਚਰਜ ਦਾ। ਜਦੋਂ ਆਪਣੇ ਮਨ ਤੋਂ, ਬੁੱਧੀ ਤੋਂ, ਦਿਮਾਗ ਤੋਂ ਅੱਗੇ ਦੀ ਗੱਲ ਹੋ ਜਾਂਦੀ ਹੈ, ਜਿੱਥੇ ਅਸੀਂ ਜਾ ਕੇ ਸੁੰਨ ਹੋ ਜਾਂਦੇ ਹਾਂ, ਉੱਥੇ ਸਾਡੇ ਮੂੰਹ ਚੋਂ ਕਈ ਵਾਰੀ ਨਿਕਲ ਜਾਂਦਾ ਵਾਹ, ਕੋਈ ਸ਼ਬਦ ਹੀ ਨਹੀਂ ਰਹਿ ਜਾਂਦਾ, ਸਾਨੂੰ ਸਮਝ ਹੀ ਨਹੀਂ ਕੁਝ ਲੱਗਦਾ ਕਿ ਜਿਹੜਾ ਪਰਮੇਸ਼ਰ ਵਾਹਿਗੁਰੂ ਉਹ ਅਚਰਜ ਹੈ, ਉਹ ਵਾਹੇ ਰੂਪ ਹੈ। ਉਹਦੇ ਕਿਸੇ ਗੁਣ ਦਾ ਅੰਤ ਨਹੀਂ, ਕਿਸੇ ਵਡਿਆਈ ਦਾ ਅੰਤ ਨਹੀਂ, ਨਾ ਲਿਖਤੀ ਰੂਪ ਦੇ ਅੰਦਰ, ਨਾ ਜ਼ਬਾਨੀ ਰੂਪ ਦੇ ਅੰਦਰ ਕੋਈ ਉਹਨੂੰ ਬਿਆਨ ਕਰ ਸਕਦਾ, ਉਹ ਤੇ ਅਚਰਜ ਹੈ। ਤੇ ਗੋ ਤਮ ਰੂਪ ਅਨਾਤਮ ਨਿਤ। ਗੋ ਦਾ ਅਰਥ ਹੁੰਦਾ ਹਨੇਰਾ, ਅੰਧਕਾਰ। ਹਨੇਰਾ ਕੀ ਹੈ ਕਿ ਜਿੰਨਾ ਅਗਿਆਨ ਹੈ ਸਾਡੇ ਅੰਦਰ, ਸਾਡੇ ਮਨ ਦੇ ਅੰਦਰ ਜਿੰਨੀ ਅਗਿਆਨਤਾ ਭਰੀ ਹੋਈ ਹੈ, ਉਹ ਹਨੇਰਾ ਹੈ। ਜਿਹਨੂੰ ਸਤਿਗੁਰਾਂ ਨੇ ਕਿਹਾ ਬਾਹਰ ਦਿਸੈ ਚਾਨਣਾ, ਦਿਲ ਅੰਧਿਆਰੀ ਰਾਤ। ਬਾਹਰ ਤੇ ਬੜਾ ਚਾਨਣ ਹੈ, ਬੜੀ ਰੌਸ਼ਨੀ ਹੈ, ਬੜੇ ਤਰ੍ਹਾਂ ਤਰ੍ਹਾਂ ਦੀਆਂ ਟੂਬਾਂ, ਬਲਬ ਲੱਗੇ ਹੈ, ਪਰ ਅੰਦਰ ਤੇ ਹਨੇਰਾ ਹੈ। ਦਿਲ ਅੰਧਿਆਰੀ ਰਾਤ।
ਉਹ ਜਿਹੜਾ ਦਿਲ ਦਾ ਹਨੇਰਾ ਹੈ, ਦਿਲ ਦੀ ਜਿਹੜੀ ਰਾਤ ਪਈ ਹੋਈ ਹੈ, ਉਹ ਇਹ ਬਾਹਰ ਦੇ ਚਾਨਣ ਦੇ ਨਾਲ ਨਹੀਂ ਖਤਮ ਹੋਣੀ। ਜਿਹਨੂੰ ਸਤਿਗੁਰਾਂ ਨੇ ਕਿਹਾ ਨਾ, ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ, ਇਤੇ ਚਾਨਣ ਹੋਦਿਆਂ ਘੁਰ ਬਿਨ ਘੋਰ ਅੰਧਾਰ। ਸੈਂਕੜੇ ਸੂਰਜ ਚੜ੍ਹ ਜਾਣ, 100 ਚੰਦਰਮਾ ਚੜ੍ਹ ਜਾਏ, ਬੜਾ ਚਾਨਣ ਹੁੰਦਾ ਇਹਨਾਂ ਦਾ, ਪਰ ਉਹ ਜਿਹੜਾ ਹਨੇਰਾ ਗੁਰੂ ਤੋਂ ਬਿਨਾਂ ਦੂਰ ਨਹੀਂ ਹੁੰਦਾ। ਤੇ ਗੋ ਨਾਮ ਹਨੇਰੇ ਦਾ ਹੈ, ਤੇ ਰੂਹ ਪ੍ਰਕਾਸ਼ ਕੀਓ ਜਿਨ ਚਿੱਤ। ਰੂਹ ਦਾ ਅਰਥ ਹੁੰਦਾ ਪ੍ਰਕਾਸ਼, ਚਾਨਣ, ਰੌਸ਼ਨੀ, ਗਿਆਨ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਰੋਸ਼ਨੀ ਹੈ, ਗੁਰਬਾਣੀ ਗਿਆਨ ਹੈ, ਚਾਨਣ ਹੈ, ਪਰ ਕਰਮਾਂ ਦੇ ਨਾਲ ਸਾਡੇ ਮਨ ਦੇ ਵਿੱਚ ਇਹ ਗਿਆਨ ਜਿਹੜਾ ਵਸਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜਪ ਮਨ ਸਤਿਨਾਮ ਸਦਾ ਸਤਿਨਾਮ। ਐ ਮੇਰੇ ਮਨਾ ਜਪ ਪਰਮੇਸ਼ਰ ਦੇ ਨਾਮ ਨੂੰ। ਕਿਹੜੇ ਨਾਮ ਨੂੰ? ਜਿਹੜਾ ਸੱਤ ਹੈ, ਜਿਹੜਾ ਸੱਚਾ ਹੈ। ਸੱਤ ਦਾ ਵਿਦਵਾਨਾਂ ਨੇ ਲੱਛਣ ਕੀਤਾ, ਤ੍ਰਈ ਕਾਲ ਅਬਾਦਤਵੰ ਸਤਤਵੰ। 3 ਸਮੇਂ ਹਨ। ਇੱਕ ਸਮਾਂ ਪਿੱਛੇ ਬੀਤ ਚੁੱਕਿਆ, ਇੱਕ ਸਮਾਂ ਚੱਲ ਰਿਹਾ, ਇੱਕ ਸਮਾਂ ਅੱਗੇ ਆਉਣ ਵਾਲਾ। ਭੂਤ, ਭਵਿੱਖ, ਵਰਤਮਾਨ, ਪਾਸਟ, ਪ੍ਰੈਜ਼ੈਂਟ ਤੇ ਫਿਊਚਰ। 3 ਹੀ ਸਮੇਂ ਹਨ। ਸਤਿਗੁਰੂ ਜੀ ਕਹਿੰਦੇ, ਜਿਹੜਾ ਤਿੰਨੇ ਸਮਿਆਂ ਦੇ ਅੰਦਰ ਸੱਚਾ ਹੈ, ਉਹ ਹੈ ਪਰਮੇਸ਼ਰ ਦਾ ਨਾਮ। ਪਿੱਛੇ ਸਤਿਯੁਗ, ਦੁਆਪਰ, ਤ੍ਰੇਤਾ ਬੀਤ ਗਿਆ, ਉਦੋਂ ਵੀ ਨਾਮ ਸੀ ਪਰਮੇਸ਼ਰ ਦਾ। ਹੁਣ ਵੀ ਪਰਮੇਸ਼ਰ ਦਾ ਨਾਮ ਹੈ, ਅੱਗੇ ਵੀ ਨਾਮ ਰਹਿਣਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜਿਹੜਾ ਸੱਚਾ ਨਾਮ ਹੈ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜਦੋਂ ਆਪਾਂ ਪਾਵਨ ਬਾਣੀ ਸੁਖਮਨੀ ਸਾਹਿਬ ਪੜ੍ਹਦੇ ਹਾਂ, ਉਹਦੇ ਅੰਦਰ ਸਤਿਗੁਰੂ ਜੀ ਕਹਿੰਦੇ, ਪਰਮੇਸ਼ਰ ਦਾ ਨਾਮ ਤੇ ਸੱਤ ਹੈ ਹੀ ਹੈ। ਉਹ ਤੇ ਤਿੰਨੇ ਕਾਲਾਂ ਦੇ ਅੰਦਰ ਸੱਚ ਰੂਪ ਹੈ, ਪਰ ਜਿਹੜਾ ਉਸ ਨਾਮ ਨੂੰ ਧਿਆਉਣ ਲੱਗ ਜਾਂਦਾ, ਉਹ ਵੀ ਸੱਚ ਹੋ ਜਾਂਦਾ। ਨਾਮ ਸਤ, ਸਤ ਧਿਆਵਨ ਹਾਰ। ਜੇ ਭਗਤ ਪ੍ਰਹਿਲਾਦ ਨੇ ਸਤਯੁਗ ਦੇ ਅੰਦਰ ਧਿਆਇਆ, ਤੇ ਕਲਯੁਗ ਦੇ ਅੰਦਰ ਹੁਣ ਵੀ 3 ਯੁੱਗ ਬੀਤ ਗਏ ਹੈ। ਜੇ ਭਗਤ ਧਰੂਵ ਨੇ ਸਤਯੁਗ 'ਚ ਧਿਆਇਆ, 3 ਯੁੱਗ ਬੀਤ ਗਏ ਹੈ, ਤੇ ਹੁਣ ਵੀ ਸਤਿਗੁਰੂ ਜੀ ਕਹਿੰਦੇ ਆ, ਰਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਜਿੱਥੇ ਉਹ ਨਾਮ ਪਰਮੇਸ਼ਰ ਦਾ ਸੱਚ ਹੈ, ਉੱਥੇ ਉਹ ਧਿਆਉਣ ਵਾਲੇ ਵੀ ਸੱਚ ਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਜਪ ਮਨ ਸਤਿਨਾਮ ਸਦਾ ਸਤਿਨਾਮ। ਜੋ ਸਦਾ ਹੀ ਸੱਚ ਰੂਪ ਪਰਮੇਸ਼ਰ ਵਾਹਿਗੁਰੂ ਹੈ, ਉਹਦੇ ਸੱਚੇ ਪਰਮੇਸ਼ਰ ਦੇ ਨਾਮ ਨੂੰ ਇਹ ਮਨਾਂ ਤੂੰ ਧਿਆਉਣਾ ਕਰ। ਧਿਆਉਣ ਦੇ ਨਾਲ ਮਿਲੇਗਾ ਕੀ ਸਾਨੂੰ? ਤਾਂ ਸਤਿਗੁਰੂ ਜੀ ਕਹਿੰਦੇ, ਹਾਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਸਤਿਗੁਰੂ ਜੀ ਕਹਿੰਦੇ, 2 ਲੋਕ ਹਨ, ਇੱਕ ਹਲਤ, ਇੱਕ ਪਲਤ। ਇੱਕ ਤੇ ਲੋਕ ਹੈ, ਇੱਕ ਪ੍ਰਲੋਕ ਹੈ। ਇੱਕ ਸਾਨੂੰ ਦਿਸਦਾ, ਇੱਕ ਨਹੀਂ ਦਿਸਦਾ। ਇੱਕ ਅਸੀਂ ਡਿੱਠਿਆ, ਇੱਕ ਅਣਡਿੱਠਾ ਹੈ, ਜਿਹੜਾ ਅਸੀਂ ਵੇਖਿਆ ਹੀ ਨਹੀਂ। ਉਹ ਲੋਕ ਤੇ ਪ੍ਰਲੋਕ, ਹਲਤ ਪਲਤ ਮੁਖ ਉਜਲ ਹੋਈ ਹੈ। ਜਿਹੜਾ ਸਾਡਾ ਮੁਖ ਹੈ, ਉਹ ਉਜਲਾ ਹੋ ਜਾਏਗਾ ਲੋਕ ਪ੍ਰਲੋਕ ਦੇ ਅੰਦਰ। ਨਿਤ ਧਿਆਈ ਹੈ, ਜਿਨ੍ਹਾਂ ਨੇ ਨਿਤ ਪ੍ਰਤੀ ਹਰ ਰੋਜ਼ ਨੇਮ ਦੇ ਨਾਲ ਪਰਮੇਸ਼ਰ ਦੇ ਨਾਮ ਦੀ ਅਰਾਧਨਾ ਕੀਤੀ ਹੈ। ਹਰ ਪੁਰਖ ਨਿਰੰਜਨਾ, ਜਿਹੜਾ ਹਰੀ ਹੈ, ਤੇ ਪੁਰਖ ਜਿਹੜਾ ਵਿਆਪਕ ਸਰੂਪ ਹੈ। ਪੁਰੀ ਪੁਰੀ ਬਸੰਤਾ ਸਾ ਪੁਰਖਾ। ਜਿੰਨੇ ਸਾਡੀਆਂ ਇਹ ਦੇਹਾਂ ਹਨ, ਇਹ ਸਰੀਰਾਂ ਦੇ ਅੰਦਰ ਜਿਹੜਾ ਸਮਾਇਆ ਹੋਇਆ, ਵਸਿਆ ਹੋਇਆ, ਉਹ ਪੁਰਖ ਹੈ। ਨਿਰੰਜਨਾ, ਨਿਰਅੰਜਨ। ਅੰਜਨ ਨਾਮ ਹੁੰਦਾ ਸੁਰਮੇ ਦਾ, ਕਾਲਖ ਦਾ। ਜਿਸ ਪਰਮੇਸ਼ਰ ਦੇ ਅੰਦਰ ਮਾਇਆ ਰੂਪੀ ਕਾਲਖ ਨਹੀਂ ਹੈ, ਨਿਰਮਲ ਤੇ ਸੁੱਧ ਸਰੂਪ ਹੈ, ਉਹਦੇ ਨਾਮ ਨੂੰ ਜਿਨ੍ਹਾਂ ਨੇ ਨਿਤ ਪ੍ਰਤੀ ਧਿਆਇਆ ਹੈ, ਸਤਿਗੁਰੂ ਜੀ ਕਹਿੰਦੇ, ਹਲਤ ਤੇ ਪਲਤ, ਲੋਕ ਤੇ ਪ੍ਰਲੋਕ ਦੋਵੇਂ ਸੁਹੇਲੇ ਹੋ ਜਾਂਦੇ ਆ। ਜਪਜੀ ਸਾਹਿਬ ਆਪਾਂ ਪੜ੍ਹਦੇ ਹਾਂ, ਜਪਜੀ ਸਾਹਿਬ ਆਪਾਂ ਪੜ੍ਹਦੇ ਜਾਂਦੇ ਹਾਂ, ਪੜ੍ਹਦੇ ਜਾਂਦੇ ਹਾਂ, ਤੇ ਅਖੀਰ ਤੇ ਜਾ ਕੇ ਸਤਿਗੁਰੂ ਜੀ ਕਹਿੰਦੇ ਆ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ। ਉਹਨਾਂ ਦੇ ਮੁਖ ਜਿਹੜੇ ਆ ਉਜਲੇ ਹੋ ਜਾਂਦੇ ਆ। ਉਹਨਾਂ ਦੇ ਮੁਖ ਜਿਹੜੇ ਆ ਬੜੇ ਸੋਭਨੀਕ, 3 ਮੁਖ ਟਿੱਕੇ ਨਿਕਲ ਹੈ। ਮੁਖ ਦੇ ਉੱਤੇ ਟਿੱਕੇ ਕੱਢੇ ਜਾਂਦੇ ਉਹਨਾਂ ਦੇ ਜਸ ਦੇ।
ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣ ਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ। ਇਹ ਦਾਤ ਸਤਿਗੁਰੂ ਜੀ ਕਹਿੰਦੇ ਪ੍ਰਾਪਤ ਹੁੰਦੀ ਹੈ। ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਨਾ। ਸਤਿਗੁਰੂ ਜੀ ਕਹਿੰਦੇ ਜਿੱਥੇ ਹਰੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਹੁੰਦਾ, ਤਹ ਉਪਾਦ ਗਤ ਕੀਨੀ, ਜਿਹੜੀਆਂ ਉਪਾਧੀਆਂ ਹਨ, ਜਿਹੜੇ ਝਗੜੇ ਹਨ, ਉਹ ਉੱਥੇ ਖਤਮ ਹੋ ਜਾਂਦੇ, ਉਹਨਾਂ ਦਾ ਨਾਸ ਹੋ ਜਾਂਦਾ। ਅੱਜ ਦਿੱਲੀ ਦੀ ਧਰਤੀ ਤੇ ਮੋਰਚੇ ਦੇ ਅੰਦਰ ਸ਼ਾਂਤੀ ਤੇ ਅਮਨ ਅਮਾਨ ਦੇ ਨਾਲ ਇਹ ਸਾਰਾ ਮੋਰਚਾ ਚੱਲ ਰਿਹਾ, ਤੇ ਕਲਾ ਉੱਥੇ ਪਰਮੇਸ਼ਰ ਦੇ ਨਾਮ ਦੀ ਹੈ, ਬਾਣੀ ਦੀ ਹੈ। ਸਵੇਰੇ ਵੀ ਬਾਣੀ ਪੜ੍ਹੀ ਜਾਂਦੀ ਹੈ, ਸ਼ਾਮਾਂ ਨੂੰ ਵੀ ਬਾਣੀ ਪੜ੍ਹੀ ਜਾਂਦੀ ਹੈ, ਕੀਰਤਨ ਹੁੰਦਾ, ਕਥਾ ਹੁੰਦੀ ਹੈ। ਇਹ ਨਾਮ ਬਾਣੀ ਭਜਨ ਬੰਦਗੀ ਦਾ ਹੀ ਪ੍ਰਤਾਪ ਹੈ ਕਿ ਉੱਥੇ ਸ਼ਾਂਤੀ ਹੈ, ਟਿਕਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਕਿ ਜਿੱਥੇ ਵੀ ਪਰਮੇਸ਼ਰ ਦੇ ਨਾਮ ਨੂੰ ਜਪਿਆ ਜਾਂਦਾ, ਜਿੱਥੇ ਵੀ ਨਾਮ ਦੀ ਅਰਾਧਨਾ ਹੁੰਦੀ ਹੈ, ਉਪਾਦ ਗਤ ਕੀਨੀ, ਉੱਥੇ ਉਪਾਧੀਆਂ ਜਿਹੜੀਆਂ ਨਾਸ ਹੋ ਜਾਂਦੀਆਂ। ਉੱਥੇ ਜਿਹੜੇ ਰੋਗ ਹਨ, ਉਪਾਧੀ ਨਾਮ ਰੋਗ ਦਾ ਵੀ ਹੁੰਦਾ। ਆਦ ਵਿਆਦ ਤੇ ਉਪਾਦ ਤਿੰਨ ਤਰ੍ਹਾਂ ਦੇ ਤਾਪ ਮੰਨੇ ਹਨ। ਇੱਕ ਤੇ ਆਦੀ ਤਾਪ ਹਨ ਜਿਹੜੇ ਸਾਡੇ ਸਰੀਰ ਨੂੰ ਲੱਗਦੇ ਆ, ਸਰੀਰ ਨੂੰ ਕੋਈ ਰੋਗ ਲੱਗ ਗਿਆ, ਬਿਮਾਰੀ ਲੱਗ ਗਈ। ਦੂਜੇ ਨੰਬਰ ਤੇ ਵਿਆਦ ਹਨ ਜਿਹੜੇ ਸਾਡੇ ਮਨ ਨੂੰ ਲੱਗਦੇ ਆ। ਮਨ ਕਰਕੇ ਕੋਈ ਬੰਦਾ ਦੁਖੀ ਹੈ, ਮਨ ਕਰਕੇ ਕੋਈ ਚਿੰਤਾ ਦੇ ਵਸ ਹੈ, ਮਨ ਦੇ ਵਿੱਚ ਉਹਦੇ ਕੋਈ ਤਰ੍ਹਾਂ ਤਰ੍ਹਾਂ ਦੇ ਰੋਗ ਚੱਲ ਰਹੇ ਆ। ਉਹ ਜਿਹੜੀ ਵਿਆਦ ਹੈ ਤੇ ਫਿਰ ਉਪਾਧੀ ਹੈ ਜਿਹੜੀ ਅਚਨਚੇਤ, ਜਿਹਦਾ ਸਾਨੂੰ ਪਤਾ ਹੀ ਨਹੀਂ, ਉਹ ਦੁੱਖ ਆ ਕੇ ਪੈ ਜਾਣਾ, ਉਹ ਉਪਾਧੀ ਕਹਿੰਦੇ ਆ। ਪਰ ਸਤਿਗੁਰੂ ਜੀ ਕਹਿੰਦੇ ਜਿੱਥੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਹੁੰਦਾ, ਉਪਾਦ ਗਤ ਕੀਨੀ, ਉੱਥੇ ਉਪਾਧੀਆਂ ਨਾਸ ਹੋ ਜਾਂਦੀਆਂ। ਵੱਡ ਭਾਗੀ ਹਰ ਜਪਨਾ, ਇਸ ਨਾਮ ਨੂੰ ਸਤਿਗੁਰੂ ਜੀ ਕਹਿੰਦੇ ਵੱਡੇ ਭਾਗਾਂ ਵਾਲਿਆਂ ਨੇ ਜਪਿਆ ਹੈ। ਵੱਡ ਭਾਗੀ ਹਰ ਜਪਨਾ, ਹਰੀ ਪਰਮੇਸ਼ਰ ਦੇ ਨਾਮ ਨੂੰ ਜਿਨ੍ਹਾਂ ਦੇ ਵੱਡੇ ਭਾਗ ਹਨ, ਜਾਂ ਇਸ ਨਾਮ ਨੂੰ ਜਪ ਕੇ ਹੀ ਵੱਡੇ ਭਾਗ ਸਾਡੇ ਬਣਦੇ ਆ। ਜਿਹਨੇ ਸੰਸਾਰ ਦੇ ਅੰਦਰ ਆ ਕੇ ਨਾਮ ਨਹੀਂ ਜਪਿਆ, ਬੰਦਗੀ ਨਹੀਂ ਕੀਤੀ, ਉਹਦੇ ਵੱਡੇ ਭਾਗ ਕਿਵੇਂ ਹੋ ਸਕਦੇ। ਹੁਣ ਵੱਤਾ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ, ਉਹ ਵਡਭਾਗੀ ਬਣ ਗਏ, ਉਹ ਵੱਡਿਆਂ ਭਾਗਾਂ ਵਾਲੇ, ਉੱਤਮ ਭਾਗਾਂ ਵਾਲੇ ਬਣ ਗਏ ਹਨ। ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸ਼ਬਦ ਦੀ ਸੰਪੂਰਨਤਾ ਕਰਦੇ ਹਨ ਕਿ ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਇਹ ਜਿਹੜੀ ਮੱਤ ਹੈ, ਇਹ ਜਿਹੜੀ ਸਿੱਖਿਆ ਹੈ, ਇਹ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪਾਂ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ, ਤਾਂ ਸਤਿਗੁਰੂ ਜੀ ਕਹਿੰਦੇ ਭੂਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਭੁੱਲਿਆਂ ਭਟਕਿਆਂ ਨੂੰ ਰਾਹੇ ਪਾਇਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਇਹ ਮੱਤ ਜਿਹੜੀ ਹੈ ਨਾ ਕਿ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਕਰਨੀ, ਨਾਮ ਤੇ ਸਿਮਰਨ ਦੇ ਵਿੱਚ ਜੁੜੇ ਰਹਿਣਾ, ਸ਼ਾਂਤੀ ਤੇ ਕ੍ਰਾਂਤੀ ਦੋਵੇਂ ਨਾਲ ਲੈ ਕੇ ਚੱਲਣੀਆਂ, ਭਗਤੀ ਤੇ ਸ਼ਕਤੀ ਦਾ ਸੁਮੇਲ ਰੱਖਣਾ, ਇਹ ਜਿਹੜੀ ਮੱਤ ਹੈ, ਇਹ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਗੁਰ ਕੀ ਮੱਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਆਪਣੀਆਂ ਸਿਆਣਫਾਂ ਤੇ ਚੱਲਣ ਵਾਲੇ, ਆਪਣੀਆਂ ਚਤਰਾਈਆਂ ਤੇ ਚੱਲਣ ਵਾਲੇ ਸਤਿਗੁਰੂ ਜੀ ਕਹਿੰਦੇ ਡੁੱਬ ਜਾਂਦੇ ਆ। ਜਿਹੜੇ ਗੁਰੂ ਦੀ ਮੱਤ ਤੇ ਚੱਲਦੇ ਹੈ, ਗੁਰੂ ਦੇ ਦੱਸੇ ਹੋਏ ਰਾਹ ਤੇ ਨਕਸ਼ੇ ਕਦਮਾਂ ਤੇ ਚੱਲਦੇ ਹੈ, ਉਹ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਅੰਦਰ ਸਭ ਕੁਝ ਪ੍ਰਾਪਤ ਕਰ ਲੈਂਦੇ ਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਇਹ ਜਿਹੜੀ ਮੱਤ ਹੈ, ਇਹ ਜਿਹੜੀ ਅਕਲ ਹੈ, ਇਹ ਜਿਹੜੀ ਸਿੱਖਿਆ ਹੈ, ਇਹ ਸਾਨੂੰ ਗੁਰੂ ਨੇ ਬਖਸ਼ਿਸ਼ ਕੀਤੀ ਹੈ। ਉਹ ਕਿਹੜੀ ਮੱਤ ਹੈ? ਸਤਿਗੁਰੂ ਜੀ ਆਪਣੀ ਪਾਵਨ ਬਾਣੀ ਅੰਦਰ ਬਚਨ ਕਰਦੇ ਹਨ, ਊਤਮ ਮਤ ਮੇਰਾ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਬਿੰਦਾ। ਜਿਹੜੀ ਮੱਤ ਦੇ ਨਾਲ, ਜਿਹੜੀ ਅਕਲ ਦੇ ਨਾਲ ਅਸੀਂ ਪਰਮੇਸ਼ਰ ਦੀ ਭਗਤੀ ਕਰਨੀ ਹੈ, ਨਾਮ ਜਪਣਾ ਹੈ, ਸੇਵਾ ਤੇ ਸਿਮਰਨ ਕਰਨੀ ਹੈ,
ਜਿਸ ਮਤ ਦੇ ਨਾਲ ਸਾਡੇ ਅੰਦਰ ਸ਼ਰਧਾ ਭਾਵਨਾ ਗੁਰੂ ਪ੍ਰਤੀ ਪ੍ਰੇਮ ਆਉਣਾ, ਉਹ ਮਤ ਜਿਹੜੀ ਆ ਉਹ ਗੁਰੂ ਤੋਂ ਮਿਲਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਅੰਦਰ ਮੱਤਾਂ ਤੇ ਬੜੀਆਂ ਹਨ। 4 ਤਰ੍ਹਾਂ ਦੀ ਮਤ ਚੱਲਦੀ ਹੈ ਸੰਸਾਰ ਦੇ ਅੰਦਰ। ਇੱਕ ਅਨਮਤ ਹੈ, ਇੱਕ ਮਨਮਤ ਹੈ, ਇੱਕ ਦੁਰਮਤ ਹੈ, ਇੱਕ ਗੁਰਮਤ ਹੈ। ਅਨਮਤ ਹੁੰਦੀ ਹੈ ਹੋਰ ਦੀ ਮਤ ਤੇ ਚੱਲੀ ਜਾਣਾ। ਜਿਵੇਂ ਕਿਸੇ ਨੇ ਕਿਹਾ ਉਹਦੇ ਮਗਰ ਲੱਗੇ ਰਹਿਣਾ ਬਸ, ਚਾਹੇ ਉਹ ਸੱਚ ਨੂੰ ਝੂਠ ਕਹੀ ਜਾਏ, ਝੂਠ ਨੂੰ ਸੱਚ ਕਹੀ ਜਾਏ, ਬਸ ਉਹਦੇ ਮਗਰ ਹੀ ਤੁਰੇ ਜਾਣਾ। ਉਹਨੂੰ ਕਹਿ ਦਿੰਦੇ ਆ ਅਨਮਤ। ਕੁਝ ਨਹੀਂ ਸੋਚਣਾ, ਕੁਝ ਨਹੀਂ ਵਿਚਾਰਨਾ, ਜੋ ਉਹਨੇ ਕਹਿ ਤਾ ਬਸ ਸੱਤ ਹੈ। ਇਹ ਹੁੰਦੀ ਹੈ ਅਨਮਤ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਦੂਜੀ ਮਨਮਤ ਹੁੰਦੀ ਹੈ ਕਿ ਮਨ ਦੇ ਮਗਰ ਹੀ ਚੱਲੇ ਜਾਣਾ। ਜੋ ਮਨ ਨੇ ਕਿਹਾ ਉਹੀ ਕਰਨਾ ਬਸ। ਚੰਗਾ ਨਹੀਂ ਵੇਖਣਾ, ਮਾੜਾ ਨਹੀਂ ਵੇਖਣਾ। ਗੁਰੂ ਇਹ ਕੰਮ ਕਰਨ ਨੂੰ ਕਹਿੰਦਾ ਕਿ ਨਹੀਂ ਕਹਿੰਦਾ ਇਹ ਨਹੀਂ ਵੇਖਣਾ। ਮਨ ਵੇਖਣਾ ਵੀ ਮਨ ਕਹਿੰਦਾ ਤੇ ਬਸ ਕਰਨਾ ਹੈ। ਇਹ ਮਨਮਤ ਹੈ। ਇਸੇ ਪ੍ਰਕਾਰ ਦੁਰਮਤ ਹੈ ਖੋਟੀ ਮਤ ਕਿ ਹਰ ਸਮੇਂ ਹੀ ਪਾਪ ਕਰਨੇ, ਗੁਨਾਹ ਕਰਨੇ, ਮਾੜਾ ਹੀ ਸੋਚਣਾ, ਮਾੜਾ ਹੀ ਚਿਤਵਨਾ, ਮਾੜਾ ਹੀ ਕਰਨਾ, ਇਹ ਦੁਰਮਤ ਹੁੰਦੀ। ਇਸੇ ਪ੍ਰਕਾਰ ਚੌਥੇ ਨੰਬਰ 'ਤੇ ਹੈ ਗੁਰਮਤ, ਜਿਹੜੀ ਗੁਰੂ ਦੀ ਮੱਤ ਹੈ। ਇਹ ਗੁਰਮਤ ਜਿਹੜੀ ਹੈ ਇਹ ਸਾਨੂੰ ਅਸਲੀ ਸਿੱਖਿਆ ਪਰਮੇਸ਼ਰ ਦੀ ਭਗਤੀ ਦੀ, ਸਮਾਜ ਦੇ ਅੰਦਰ ਅਸੀਂ ਕਿਵੇਂ ਵਿਚਰਨਾ, ਸਮਾਜ ਦੇ ਅੰਦਰ ਅਸੀਂ ਆਪਣੀ ਇੱਜ਼ਤ ਆਬਰੂ ਕਿਵੇਂ ਬਰਕਰਾਰ ਰੱਖਣੀ ਹੈ। ਇਸੇ ਪ੍ਰਕਾਰ ਧਰਮ ਦੇ ਅੰਦਰ ਅਸੀਂ ਕਿਵੇਂ ਪਰਮੇਸ਼ਰ ਦੀ ਭਗਤੀ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ, ਕਿਵੇਂ ਵਹਿਮਾਂ ਭਰਮਾਂ ਤੋਂ ਅਸੀਂ ਬਚਣਾ, ਇਹ ਗੁਰੂ ਕੀ ਮੱਤ ਸਾਨੂੰ ਸਿੱਖਿਆ ਬਖਸ਼ਿਸ਼ ਕਰਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਨ ਨਾਨਕ ਕਉ ਗੁਰ ਇਹ ਮੱਤ ਦੀਨੀ, ਜਪ ਹਰ ਭਵਜਲ ਤਰਨਾ। ਜਿਨ੍ਹਾਂ ਨੇ ਗੁਰੂ ਦੀ ਮੱਤ 'ਤੇ ਚੱਲ ਕੇ ਪਰਮੇਸ਼ਰ ਦੇ ਨਾਮ ਨੂੰ ਜਪਿਆ, ਉਹ ਇਹ ਭਵਜਲ ਦਾ ਅਰਥ ਹੁੰਦਾ ਸੰਸਾਰ ਸਮੁੰਦਰ। ਭਵ ਨਾਮ ਹੁੰਦਾ ਸੰਸਾਰ ਦਾ, ਜਲ ਹੁੰਦਾ ਸਮੁੰਦਰ ਪਾਣੀ। ਜਿਵੇਂ ਸੰਸਾਰ ਸਮੁੰਦਰ ਨੂੰ, ਜਿਵੇਂ ਸਮੁੰਦਰ ਨੂੰ ਜੇ ਤਰਨਾ ਹੋਵੇ ਤੇ ਕੋਈ ਉਹਦੇ ਵਾਸਤੇ ਸਾਧਨ ਹੁੰਦਾ, ਕੋਈ ਜਹਾਜ਼ 'ਤੇ ਚੜ੍ਹ ਕੇ ਤਰ ਸਕਦਾ। ਹੁਣ ਇੱਦਾਂ ਤੇ ਨਹੀਂ ਨਾ ਬੰਦਾ ਤਰ ਸਕਦਾ। ਇਸੇ ਪ੍ਰਕਾਰ ਹੀ ਇੱਕ ਸੰਸਾਰ ਜਿਹੜਾ ਇਹ ਵੀ ਸਮੁੰਦਰ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ। ਤੇ ਇਹ ਸੰਸਾਰ ਸਮੁੰਦਰ ਨੂੰ ਪਾਰ ਕਰਨ ਵਾਸਤੇ ਜਹਾਜ਼ ਹੈ ਪਰਮੇਸ਼ਰ ਦਾ ਨਾਮ। ਆਪਾਂ ਪੜ੍ਹਦੇ ਆ ਨਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜਿਹੜਾ ਇਹਦੇ 'ਚ ਚੜ੍ਹੇਗਾ ਉਹ ਪਾਰ ਹੋ ਜਾਏਗਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ ਜਪ ਹਰ ਭਵਜਲ ਤਰਨਾ। ਉਹ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਹੈ, ਉਹ ਇਹ ਸੰਸਾਰ ਤੋਂ ਪਾਰ ਹੋ ਜਾਂਦੇ ਹੈ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਗੁਰੂ ਦੀ ਮੱਤ ਦੁਆਰਾ ਜਪਦੇ ਹੈ। ਜੋ ਗੁਰੂ ਨੇ ਉਪਦੇਸ਼ ਬਖਸ਼ਿਸ਼ ਕੀਤਾ ਕਿ 5 ਕਕਾਰਾਂ ਦੇ ਧਾਰਨੀ ਹੋਣਾ, ਅੰਮ੍ਰਿਤ ਛਕਣਾ, ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ, 5 ਬਾਣੀਆਂ ਨੂੰ ਅੰਮ੍ਰਿਤ ਵੇਲੇ, 2 ਬਾਣੀਆਂ ਨੂੰ ਸ਼ਾਮਾਂ ਦੇ ਸਮੇਂ। ਇਸੇ ਪ੍ਰਕਾਰ ਫਿਰ ਗੁਰਮੰਤਰ, ਮੂਲ ਮੰਤਰ ਦਾ ਅਭਿਆਸ ਕਰਨਾ, ਉੱਠਦਿਆਂ ਬਹਿੰਦਿਆਂ ਇਹਦੀ ਮਿਹਨਤ ਕਰਨੀ, ਇਹਦੇ ਵਿੱਚ ਸੁਰਤ ਨੂੰ ਟਿਕਾ ਕੇ ਰੱਖਣਾ। ਇਸੇ ਪ੍ਰਕਾਰ 5 ਕਰਹਿਤਾਂ ਤੋਂ ਬਚਣਾ। ਇਸੇ ਪ੍ਰਕਾਰ ਫਿਰ ਸੰਸਾਰ ਦੇ ਰੀਤੀ ਰਿਵਾਜ, ਵਹਿਮਾਂ ਭਰਮਾਂ, ਪਖੰਡਾਂ ਤੋਂ ਬਚਣਾ। ਇਹ ਜਿਹੜਾ ਗੁਰੂ ਕੀ ਮੱਤ ਨੂੰ ਧਾਰਨ ਕਰ ਲੈਂਦਾ ਤੇ ਨਾਮ ਦੀ ਕਮਾਈ ਕਰਦਾ, ਸਤਿਗੁਰੂ ਜੀ ਕਹਿੰਦੇ ਉਹ ਸੰਸਾਰ ਤੋਂ ਤਰ ਜਾਂਦਾ। ਇਹ ਸੌਖਾ ਤੇ ਸਿੱਧਾ ਮਾਰਗ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਕੇਵਲ ਤੇ ਕੇਵਲ ਪਰਚਾ ਸ਼ਬਦ ਕਾ, ਪੂਜਾ ਅਕਾਲ ਕੀ, ਦੀਦਾਰ ਖਾਲਸੇ ਕਾ। ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਜ਼ੂਰ ਸਾਹਿਬ ਦੀ ਧਰਤੀ 'ਤੇ ਜਦੋਂ ਗੁਰਤਾ ਗੱਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ, ਉੱਥੇ ਫਿਰ ਸਤਿਗੁਰਾਂ ਨੇ ਬਚਨ ਕੀਤੇ, ਸਿੰਘਾਂ ਨੇ, ਖਾਲਸੇ ਨੇ ਬਚਨ ਕੀਤੇ, ਜੀ ਤੁਹਾਡੇ ਦਰਸ਼ਨ ਜੇ ਕਰਨੇ ਹੋਣ ਤਾਂ ਸਤਿਗੁਰੂ ਜੀ ਕਹਿੰਦੇ ਸਿੱਖ ਪੰਚਨ ਮੋ ਮੇਰੋ ਵਾਸਾ। ਜਿੱਥੇ ਗੁਰੂ ਕੇ 5 ਸਿੰਘ ਤਿਆਰ ਬਰ ਤਿਆਰ ਬਾਣੀ ਬਾਣੇ ਦੇ ਧਾਰਨੀ ਹਨ, ਉਹ ਮੇਰਾ ਦਰਸ਼ਨ ਹੈ। ਫਿਰ ਇਸੇ ਪ੍ਰਕਾਰ ਸਤਿਗੁਰੂ ਜੀ ਕਹਿਣ ਲੱਗੇ ਜੇ ਸਾਡੇ ਨਾਲ ਗੱਲਾਂ ਕਰਨੀਆਂ, ਸਿੰਘ ਕਹਿਣ ਲੱਗੇ ਮਹਾਰਾਜ ਜੇ ਕੋਈ ਬਚਨ ਕਰਨਾ ਹੋਵੇ ਤਾਂ ਸਤਿਗੁਰੂ ਜੀ ਕਹਿੰਦੇ ਜੇ ਸਾਡੇ ਨਾਲ ਬਚਨ ਕਰਨੇ ਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹੋ। ਬਾਤ ਕਰਨ ਗੁਰਸੋ ਚਾਹੈ, ਪੜ੍ਹੈ ਗ੍ਰੰਥ ਮਨ ਲਾਏ। ਗੁਰੂ ਦਰਸ ਜੇ ਦੇਖਣਾ, ਸ੍ਰੀ ਗੁਰੂ ਗ੍ਰੰਥ ਦਰਸਾਏ। ਸਤਿਗੁਰੂ ਜੀ ਕਹਿੰਦੇ
ਜੇ ਸਾਡੇ ਦਰਸ਼ਨ ਕਰਨੇ ਆ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰੋ। ਜੇ ਸਾਡੇ ਨਾਲ ਗੱਲਾਂ ਕਰਨੀਆਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹੋ। ਇਸ ਪ੍ਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੁਗੋ ਜੁਗ ਅਟਲ ਗੁਰੂ ਜਿਹੜਾ ਉਹ ਸਥਾਪਿਤ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਖਾਲਸੇ ਨੂੰ ਲਾਇਆ। ਇਸ ਗੁਰੂ ਵਰਗਾ ਸੰਸਾਰ ਦੇ ਅੰਦਰ ਹੋਰ ਕੋਈ ਗੁਰੂ ਨਹੀਂ ਹੋ ਸਕਦਾ। ਦੁਨੀਆ ਦੇ ਅੰਦਰ ਜਿੰਨੇ ਧਰਮ ਹਨ ਸਭ ਨੂੰ ਸਿੱਖਿਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੋਈ ਹੈ। ਸਤਿਗੁਰੂ ਜੀ ਕਹਿੰਦੇ ਹਿੰਦੂ ਬਣਨਾ ਹੈ ਤੇ ਇਹ ਸਿੱਖਿਆ ਹੈ, ਇੱਦਾਂ ਦਾ ਬਣ ਜਾ। ਜੇ ਮੁਸਲਮਾਨ ਬਣਨਾ ਹੈ ਤਾਂ ਇੱਦਾਂ ਦਾ ਬਣ ਜਾ। ਜੇ ਸਿੱਖ ਬਣਨਾ ਹੀ ਤਾਂ ਇੱਦਾਂ ਦਾ ਬਣ ਜਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਏ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਿੱਖ ਵੀ ਇੱਦਾਂ ਬਣਿਆ ਜਾ ਸਕਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਮੁੱਚੇ ਜਗਤ ਦੇ ਗੁਰੂ ਹਨ। ਸਾਰੇ ਸੰਸਾਰ ਦੇ ਸਾਂਝੇ ਰਹਿਬਰ ਹਨ। ਇੱਥੇ ਕੋਈ ਵੀ ਆ ਕੇ ਬਾਣੀ ਦਾ ਉਪਦੇਸ਼ ਸੁਣ ਕੇ ਕਮਾ ਕੇ ਪੜ੍ਹ ਸਕਦਾ, ਆਪਣਾ ਜੀਵਨ ਸਫਲਾ ਬਣਾ ਸਕਦਾ। ਇਸ ਪ੍ਰਕਾਰ ਸਾਨੂੰ ਸਤਿਗੁਰਾਂ ਨੇ ਹੁਕਮ ਕੀਤਾ ਹੈ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਪਰਉਪਕਾਰਾਂ ਨੂੰ, ਸਤਿਗੁਰਾਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਨੂੰ ਆਪਾਂ ਆਪਣੇ ਜੀਵਨ ਦੇ ਅੰਦਰ ਧਾਰਨ ਕਰੀਏ। ਬਾਣੀ ਬਾਣਾ ਪੰਖ ਪਛਾਨੋ, ਸਿੰਘ ਗੁਰੂ ਕਾ ਪੰਛੀ ਜਾਨੋ। ਇਸ ਨੂੰ ਧਾਰਨ ਕਰਕੇ ਆਪਣਾ ਜੀਵਨ ਸਫਲ ਬਣਾਈਏ। ਉਹਦੇ ਨਾਲ ਨਾਲ ਚੱਲ ਰਹੇ ਸਮੇਂ ਦੀ ਬਾਬਤ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੇ ਕਿਸਾਨ ਭਰਾ, ਮਜ਼ਦੂਰ ਭਰਾ ਦਿੱਲੀ ਦੀ ਧਰਤੀ 'ਤੇ ਮੋਰਚਾ ਲਾ ਰਹੇ ਹੈ, ਮਹੀਨੇ ਤੋਂ ਉੱਤੇ ਸਮਾਂ ਹੋ ਚੱਲਿਆ। ਉਸ ਮੋਰਚੇ ਦੇ ਅੰਦਰ ਸਿੱਖ ਸੰਗਤਾਂ, ਜਥੇਬੰਦੀਆਂ ਸਭ ਤਰ੍ਹਾਂ ਕਰਕੇ ਜਿਵੇਂ ਵੀ ਕਿਸੇ ਤੋਂ ਹੁੰਦਾ ਸਹਿਯੋਗ ਦੇ ਰਹੀਆਂ ਹਨ। ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਇਸ ਮੋਰਚੇ ਦੇ ਅੰਦਰ ਚੜ੍ਹਦੀ ਕਲਾ ਦੇ ਨਾਲ ਵੱਧ ਚੜ੍ਹ ਕੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਆਪਣਾ ਜਿਹੜਾ ਜੀਵਨ ਹੈ ਉਹ ਸਫਲ ਬਣਾਓ, ਕਿਉਂਕਿ ਇਹ ਸਭ ਦਾ ਸਾਂਝਾ ਮੋਰਚਾ ਹੈ। ਇਹ ਜਿਹੜੇ ਕਾਨੂੰਨ ਬਣਾਏ ਗਏ ਹੈ ਇਹਨਾਂ ਦਾ ਅਸਰ ਸਭ ਦੇ ਉੱਤੇ ਪੈਣਾ। ਇਸ ਕਰਕੇ ਪੰਜਾਬ ਨੇ ਪਹਿਲ ਕੀਤੀ ਹੈ, ਪੰਜਾਬ ਨੇ ਮੋਰਚਾ ਲਾਇਆ। ਪਹਿਲਾਂ ਵੀ ਪੰਜਾਬ ਹੀ ਲਾਉਂਦਾ ਆਇਆ ਸਮੇਂ ਦੀਆਂ ਸਰਕਾਰਾਂ ਖਿਲਾਫ। ਇਸ ਕਰਕੇ ਇਹ ਆਪਾਂ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਸਾਡੇ 'ਤੇ ਪਰਉਪਕਾਰ ਕੀਤੇ ਹੈ ਕਿ ਸਾਡੇ ਅੰਦਰ ਉਹ ਜਜ਼ਬਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਰਿਆ ਹੋਇਆ। ਦਿੱਲੀ ਦੀ ਧਰਤੀ 'ਤੇ ਤੁਸੀਂ ਵੇਖੋ ਬੜੀ ਦੂਰੋਂ ਦੂਰੋਂ ਕਿਸਾਨ ਆਏ ਹੈ, ਪਰ ਸਭ ਤੋਂ ਵਿਲੱਖਣ ਰੰਗ ਜਿਹੜਾ, ਸਭ ਤੋਂ ਅਨੋਖੀ ਜਿਹੜੀ ਝਲਕ ਹੈ ਤੇ ਉਹ ਪੰਜਾਬੀਆਂ ਦੀ ਹੈ। ਉਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਹੈ ਕਿ ਉੱਥੇ ਲੰਗਰ ਚੱਲ ਰਹੇ ਹੈ, ਤਰ੍ਹਾਂ ਤਰ੍ਹਾਂ ਦੇ ਨਾਲ ਸਿੱਖ ਸੰਗਤਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਇਸ ਮੋਰਚੇ ਦੇ ਅੰਦਰ ਸਹਿਯੋਗ ਦੇ ਕੇ, ਜਿਵੇਂ ਵੀ ਕਿਸੇ ਤੋਂ ਹੁੰਦਾ, ਜਿੰਨਾ ਚਿਰ ਇਹ ਚੱਲਦਾ ਉਹਦੇ ਅੰਦਰ ਆਪਾਂ ਸਹਿਯੋਗ ਦੇ ਕੇ ਆਪਣਾ ਜੀਵਨ ਸਫਲ ਬਣਾਈਏ। ਇੰਨੀਆਂ ਕੁ ਬੇਨਤੀਆਂ ਆਪ ਸੰਗਤ ਨੇ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ ਪਾਸੋਂ, ਗੁਰੂ ਕਾ ਜਸ ਕਰਦਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ। ਉਸ ਤੋਂ ਉਪਰੰਤ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਦੇ ਅੰਦਰ ਸ਼ਾਮਲ ਹੋਈਏ। ਸੋ ਇੱਥੇ ਹੀ ਦਾਸ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਂਦਾ ਹੈ। ਸਾਰੀ ਸੰਗਤ ਪ੍ਰੇਮ ਦੇ ਨਾਲ ਸਰਵਣ ਕਰੋ ਜੀ। ਜਹ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੀ। ਵੱਡ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ। ਜਪ ਹਰ ਭਵ ਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।